ਹੁਣ ਮੁਸਲਮਾਨਾਂ ਦੇ ਵਿੱਚ ਜਿਹੜੀ ਮਰਿਆਦਾ ਹੈ ਉਹ 5 ਵਕਤ ਨਮਾਜ਼ ਪੜ੍ਹਨ ਦੀ ਆ। ਇਹ ਵੀ ਕੁਝ ਗ੍ਰੰਥਾਂ ਦੇ ਵਿੱਚ ਲਿਖਿਆ ਹੈ। ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਮੇਲ ਅਕਾਲ ਪੁਰਖ ਖੁਦਾ ਦੇ ਨਾਲ ਹੋਇਆ ਜਾਂ ਪੈਗੰਬਰਾਂ ਦੇ ਨਾਲ ਹੋਇਆ ਹੈ, ਉਦੋਂ ਉਹਨਾਂ ਕਿਹਾ ਗਿਆ ਵੀ ਬੰਦੇ ਨੂੰ ਦਿਨ ਦੇ ਵਿੱਚ 24 ਘੰਟਿਆਂ ਵਿੱਚ, ਭਾਵ ਦਿਨੇ ਤੇ ਰਾਤ, 50 ਕੁ ਵਾਰ ਰੱਬ ਦਾ ਨਾਮ ਲੈਣਾ ਬੜਾ ਜ਼ਰੂਰੀ ਆ। 50 ਵਾਰ ਉਹਨੂੰ ਚੇਤੇ ਕਰੇ। ਜਦੋਂ ਮੁਹੰਮਦ ਸਾਹਿਬ ਰਸਤੇ 'ਚ ਆ ਰਹੇ ਆ ਤੇ ਹਜ਼ਰਤ ਮੂਸਾ ਜੀ ਉਹਨਾਂ ਨੂੰ ਮਿਲੇ ਆ। ਇਸਲਾਮ ਦੇ ਗ੍ਰੰਥਾਂ ਨੂੰ ਪੜ੍ਹ ਰਿਹਾ ਸੀ, ਉਹਦੇ ਵਿੱਚੋਂ ਆ ਇਹ ਗਾਥਾਵਾਂ। ਉਹ ਕਹਿਣ ਲੱਗੇ, ਮੂਸੇ ਨੇ ਕਿਹਾ ਵੀ ਹਜ਼ਰਤ ਜੀ, ਮੁਹੰਮਦ ਸਾਹਿਬ ਜੀ, ਬੰਦੇ ਨੂੰ ਕਿੰਨੀ ਵਾਰੀ ਪ੍ਰਮਾਤਮਾ ਨੇ ਕਿਹਾ, ਖੁਦਾ ਨੇ ਵੀ, ਰੱਬ ਦਾ ਨਾਮ ਲੈਣਾ ਚਾਹੀਦਾ। ਪੈਗੰਬਰ ਇਹਦੇ ਬਾਰੇ ਕੀ ਕਹਿੰਦੇ ਆ? ਉਹ ਕਹਿੰਦੇ ਕਮ ਸੇ ਕਮ 50 ਵਾਰ ਤਾਂ ਲਵੇ ਨਾ ਬੰਦਾ, ਦਿਨ ਤੇ ਰਾਤ 24 ਘੰਟਿਆਂ 'ਚ। ਹਜ਼ਰਤ ਮੂਸਾ ਕਹਿਣ ਲੱਗਾ, ਨਹੀਂ ਮੁਹੰਮਦ ਸਾਹਿਬ ਜੀ, ਇਹ ਨਹੀਂ ਬੰਦੇ ਤੋਂ ਹੋਣਾ। ਬੰਦਾ ਭਾਵੇਂ ਇੰਨਾ ਗ੍ਰਸਤੀ ਹੈ ਵੀ ਜੀਵਨ 'ਚ ਆਪਦੇ ਇੰਨਾ ਉਲਝਣਾਂ 'ਚ ਫਸਿਆ ਹੋਇਆ ਵਾ, 50 ਵਾਰੀ ਜ਼ਿਆਦਾ ਵਾ। ਥੋੜਾ ਜਿਹਾ ਭਾਵ ਕੀ ਘੱਟ ਕਰੋ ਤਾਂ ਕਿਹਾ ਜਾਂਦਾ ਵੀ ਇਹ ਘਟਦੇ ਗੱਲ 5 ਵਕਤਾਂ ਤੇ ਆ ਗਈ। ਉਹਨਾਂ ਨੇ ਫਿਰ ਪਿਛਲੀ ਸਿਫਰ ਜਿਹੜੀ ਸੀ ਕੱਟ ਦਿੱਤੀ ਆ ਤੇ ਮੂਰਲਾ ਹਿੰਸਾ ਅੰਕ 5 ਨੰਬਰ ਰੱਖ ਲਿਆ। ਕਹਿੰਦੇ 5 ਵਕਤ ਤਾਂ ਕਰੇ ਨਾ ਬੰਦਾ। ਉਹ ਕਹਿੰਦੇ 5 ਵਕਤ ਵੀ ਇਹਦੇ ਤੋਂ ਹੋਣਾ ਨਹੀਂ, ਤੂੰ ਵੀ ਘੱਟ ਕਰੋ। ਮੁਹੰਮਦ ਸਾਹਿਬ ਜੀ ਕਹਿੰਦੇ ਨਹੀਂ, ਇਦੋਂ ਫਿਰ ਘੱਟ ਨਹੀਂ ਹੋਣਾ, 5 ਨਮਾਜ਼ਾਂ ਤਾਂ ਭਾਈ ਪੜ੍ਹਨੀਆਂ ਹੀ ਪੈਣਗੀਆਂ। ਤਾਂ ਉਦੋਂ ਤੋਂ ਮੰਨਿਆ ਜਾਂਦਾ ਹੈ ਵੀ ਇਹਦੀ ਉਥਾਨਕਾ ਮੈਂ ਆਪ ਜੀ ਨੂੰ ਪਹਿਲਾਂ ਦੱਸ ਰਿਹਾ ਵੀ ਸ਼ਲੋਕ ਆਪ ਜੀ ਨੂੰ ਪੂਰਨ ਭਲੀ ਭਾਂਤ ਸਮਝ ਆਵੇ ਵੀ 50 ਵਾਰੀ ਨਾਮ ਰੱਬ ਦਾ ਲੈਣਾ, ਖੁਦਾ ਦਾ ਦਿਨ ਚੌਖਾ, 5 ਵਕਤ ਤਾਂ ਬੰਦਾ ਲਵੇ ਨਾ। ਫਿਰ ਉਹਨਾਂ ਨੇ ਫਿਰ ਮਰਿਆਦਾ ਜਿਹੜੀ ਆ ਬਣਾ ਦਿੱਤੀ ਆ ਵੀ 5 ਵਕਤ ਨਮਾਜ਼ ਪੜ੍ਹਨੀ ਹੀ ਪੜ੍ਹਨੀ ਆ। ਫਜਰ ਦੀ ਆ, ਜ਼ੋਹਰ ਦੀ ਆ, ਮਗਰਬ ਦੀ ਆ, ਅਸਰ ਦੀ ਆ, ਈਸਾ ਦੀ ਆ। 5 ਨਮਾਜ਼ਾਂ ਦੇ ਨਾਮ ਆ ਇਹ। ਕੁਝ ਸੂਰਜ ਚੜ੍ਹਨ ਵੇਲੇ, ਕੁਝ ਦੁਪਹਿਰੇ, ਕੁਝ ਤਰਕਾਲਾਂ ਸ਼ਾਮੀ, ਕੁਝ ਸੌਣ ਤੋਂ ਪਹਿਲਾਂ। ਇਹ ਨਮਾਜ਼ਾਂ ਪੜ੍ਹੀਆਂ ਜਾਂਦੀਆਂ। ਹੁਣ ਬਾਬਾ ਫਰੀਦ ਜੀ ਕਹਿੰਦੇ ਹਨ ਵੀ ਜਿਹੜੇ ਨਮਾਜ਼ ਨਹੀਂ ਪੜ੍ਹਦੇ, 70 ਨੰਬਰ ਸ਼ਲੋਕ ਵਿੱਚ ਉਹਨਾਂ ਦਾ ਹੀ ਜ਼ਿਕਰ ਆ। ਇਹ ਕੇਵਲ ਮੁਸਲਮਾਨਾਂ ਵਾਸਤੇ ਹੀ ਨਹੀਂ ਆ, ਸਿੱਖਾਂ ਦੇ ਵਿੱਚ ਵੀ ਸਿੱਖਾਂ ਦੇ ਬੱਚੇ ਸਿੱਖਾਂ ਦੇ ਘਰੇ ਜਨਮ ਲੈ ਕੇ ਜਪਜੀ ਸਾਹਿਬ ਦੇ ਪਾਠ ਨੂੰ ਪੜ੍ਹਦੇ ਹੀ ਨਹੀਂ। ਮੁਸਲਮਾਨਾਂ ਦੇ ਵਿੱਚ ਵੀ ਇਹ ਜਿਹੜੀ ਅਗਲੀ ਕੌਮ ਆ, ਨਿਊ ਜਨਰੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਰਹੀ ਆ, ਇਹ ਭੁੱਲਦੇ ਜਾ ਰਹੇ ਮਰਿਆਦਾ ਨੂੰ। ਹਿੰਦੂਆਂ ਦੇ ਵਿੱਚ ਵੀ ਉਸ ਤਰ੍ਹਾਂ ਦੀ ਮਰਿਆਦਾ ਉਹ ਵੀ ਭੁੱਲਦੇ ਜਾ ਰਹੇ ਆ। ਸਿੱਖਾਂ ਦੇ ਬੱਚੇ ਵੀ ਭੁੱਲਦੇ ਜਾ ਰਹੇ ਆ। ਤਾਂ ਇਹ ਫਿਰ ਬਾਬਾ ਫਰੀਦ ਜੀ ਨੇ ਮੁਸਲਮਾਨ ਹੋਣ ਕਰਕੇ ਉਹ ਨਮਾਜ਼ੀਆਂ ਨੂੰ ਮਰਿਆਦਾ ਸਿਖਾਈ ਆ। ਫਰੀਦਾ ਬੇਨਵਾਜਾ ਕੁੱਤਿਆ, ਜਿਹੜੇ ਬੰਦੇ ਨਮਾਜ਼ ਨਹੀਂ ਪੜ੍ਹਦੇ ਉਹਨਾਂ ਨੂੰ ਬਾਬਾ ਫਰੀਦ ਜੀ ਕਹਿੰਦੇ ਉਹਨਾਂ ਦਾ ਸੁਭਾਅ ਅਸਲ ਵਿੱਚ ਕੁੱਤੇ ਵਰਗਾ ਹੀ ਹੈ, ਵੀ ਤਾਂ ਹੀ ਨਹੀਂ ਪੜ੍ਹਦੇ। ਬਾਬਾ ਫਰੀਦ ਜੀ ਕਿਸੇ ਨੂੰ ਕੋਈ ਗਾਲ ਨਹੀਂ ਦੇ ਰਹੇ। ਇੱਕ ਬੰਦੇ ਦੇ ਮਨ ਦਾ ਸੁਭਾਅ ਹੁੰਦਾ, ਉਹ ਦੱਸ ਰਹੇ ਆ ਵੀ ਹੁਣ ਤੂੰ ਲੋਭੀ ਹੋ ਗਿਆ, ਲਾਲਚੀ ਹੋ ਗਿਆ। ਲੱਭ ਕੁੱਤਾ, ਕੁੱਤੇ ਦਾ ਸੁਭਾਅ ਲਾਲਚੀ ਹੁੰਦਾ, ਰੋਟੀ ਪਾਈ ਚੱਲੋ, ਪਿੱਛੇ ਪਿੱਛੇ ਆਈ ਜਾਵੇਗਾ, ਪ੍ਰੀਤ ਵੀ ਬਣਾ ਲਵੇਗਾ। ਤਾਂ ਭਾਈ ਇਸ ਤਰ੍ਹਾਂ ਤੂੰ ਮਾਇਆ ਦੇ ਦੁਆਲੇ ਫਿਰਦਾ, ਜਿਸ ਤਰ੍ਹਾਂ ਅਵਾਰਾ ਕੁੱਤਾ ਕਦੇ ਕਿਸੇ ਦੇ ਘਰੇ ਕਦੇ ਕਿਸੇ ਦੇ ਘਰੇ ਰੋਟੀ ਦੀ ਖਾਤਰ ਫਿਰਦਾ। ਇਹਨਾਂ ਤੂੰ ਖੁੱਭ ਗਿਆ ਇਹਨਾਂ ਚੀਜ਼ਾਂ 'ਚ, ਨਮਾਜ਼ ਪੜ੍ਹਨੀ ਵੀ ਤੈਨੂੰ ਭੁੱਲ ਗਈ। ਇਹਨਾਂ ਚੀਜ਼ਾਂ ਵਿੱਚ ਤੂੰ ਇੰਨਾ ਖਚਤ ਹੋ ਗਿਆ, ਰਹਿਰਾਸ ਕਰਨੀ ਵੀ ਤੂੰ ਭੁੱਲ ਗਿਆ ਜਾਂ ਭੁੱਲ ਗਈ ਆ। ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ। ਜਿਹੜੇ ਬੰਦੇ ਨਮਾਜ਼ ਨਹੀਂ ਪੜ੍ਹਦੇ, ਉਦਮ ਨਹੀਂ ਕਰਦੇ, ਮਸੀਤ 'ਚ ਨਹੀਂ ਆਉਂਦੇ,
5 ਵਕਤ ਵੀ ਰੱਬ ਨੂੰ ਯਾਦ ਨਹੀਂ ਕਰ ਸਕਦੇ ਦਿਹਾੜੀ ਵਿੱਚ, ਉਹ ਕੁੱਤਿਆਂ ਦੇ ਸਮਾਨ ਹੀ ਹਨ। ਕਭੀ ਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਦਿਨ ਵਿੱਚ 5 ਵਕਤ ਨਮਾਜ਼ ਪੜ੍ਹਨੀ, 5 ਵਾਰੀ ਰੱਬ ਨੂੰ ਚੇਤੇ ਕਰਨਾ, ਇਹਨਾਂ ਵੀ ਨਾ ਤੂੰ ਕਰ ਪਾਇਆ, ਉਹਦਾ ਵੀ ਨੇਮ ਤੂੰ ਤੋੜ ਦਿੱਤਾ। ਤਾਂ ਇਹ ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਨਾ ਜਪਿਆ ਜਿਹਨੇ ਤੈਨੂੰ ਸਾਜਿਆ। ਤੇਰੀ ਰੀਤੀ ਫਿਰ ਬੰਦਿਆਂ ਵਾਲੀ ਤਾਂ ਨਹੀਂ, ਕਰਤੂਤ ਪਸ਼ੂ ਕੀ ਮਾਨਸ ਜਾਤ ਹੈ, ਤੂੰ ਬੰਦਾ ਹੀ ਮਨੁੱਖ ਹੀ, ਕਰਤੂਤਾਂ ਤੇਰੀਆਂ ਜਾਨਵਰਾਂ ਵਾਲੀਆਂ ਨੇ। ਇਹ ਗੁਰੂ ਅਰਜਨ ਦੇਵ ਜੀ ਵੀ ਕਹਿ ਰਹੇ ਆ। ਤਾਂ ਬਾਬਾ ਫਰੀਦ ਜੀ ਅਸਲ ਵਿੱਚ ਨਮਾਜ਼ੀ ਜਿਹੜੇ ਆ ਉਹਨਾਂ ਦਾ ਨੇਮ ਪਕਾਉਣ ਲਈ ਉਹਨਾਂ ਨੂੰ ਇਹ ਸ਼ਬਦ ਕਿਹਾ। ਮਲੇਰਕੋਟਲੇ ਦੇ ਵਿੱਚ ਸੰਤ ਸੰਮੇਲਨ ਹੁੰਦਾ, ਜਿਹਦੇ ਵਿੱਚ ਇਕੱਠੇ ਜਿਹੜੇ ਧਰਮ ਹਨ, ਧਰਮ ਸੰਮੇਲਨ, ਸਰਬ ਧਰਮ ਸੰਮੇਲਨ ਉਹਨੂੰ ਕਹਿੰਦੇ ਆ। ਸਾਰੇ ਧਰਮਾਂ ਦੇ ਲੋਕ ਆਉਂਦੇ ਆ, ਪੜ੍ਹੇ ਲਿਖੇ ਜਿਹੜੇ ਹੁੰਦੇ ਆ ਆਪਣੇ ਆਪਣੇ ਧਰਮਾਂ ਦੀ ਗੱਲ ਉਹਦੇ ਵਿੱਚ ਰੱਖਦੇ ਆ। ਕੁਝ ਸਮਾਂ ਪਹਿਲਾਂ ਮਲੇਰਕੋਟਲੇ ਦੀ ਧਰਤੀ ਤੇ ਸਰਬ ਧਰਮ ਸੰਮੇਲਨ ਹੋਇਆ ਸੀਗਾ, ਜਿਹਦੇ ਵਿੱਚ ਵੱਡੇ ਵੱਡੇ ਹਾਜੀ ਵੀ ਪਹੁੰਚੇ, ਬਹੁਤ ਜ਼ਿਆਦਾ ਜਿਨ੍ਹਾਂ ਪੜ੍ਹੇ ਲਿਖੇ ਬੰਦੇ ਪਾਉਂਦੇ ਆ, ਜਿਨ੍ਹਾਂ ਨੇ ਵੱਡੀਆਂ ਡਿਗਰੀਆਂ ਵੀ ਪੜ੍ਹੀਆਂ ਹੁੰਦੀਆਂ, ਧਾਰਮਿਕ ਗ੍ਰੰਥ ਵੀ ਪੜ੍ਹੇ ਹੁੰਦੇ ਆ, ਹਿੰਦੂ ਸਮਾਜ ਦੇ ਵੀ ਲੋਕ ਆਉਂਦੇ ਆ, ਸਾਰੇ ਧਰਮ ਇਕੱਠੇ ਹੁੰਦੇ ਆ। ਉਹਨਾਂ ਧਰਮਾਂ ਦੇ ਵਿੱਚੋਂ ਆਪਣਾ ਆਪਣਾ ਇੱਕ ਬੰਦਾ ਉੱਥੇ ਜਾ ਕੇ ਆਪਣੇ ਧਰਮ ਦੀ ਗੱਲ ਸਾਰਿਆਂ 'ਚ ਰੱਖਦਾ। ਉਦੋਂ ਜਦੋਂ ਸੰਮੇਲਨ ਹੋਇਆ, ਉਹਨਾਂ ਦਾ ਜਿਹੜਾ ਹਾਜੀ ਸੀਗਾ ਉਹ ਉੱਠ ਕੇ ਬੋਲਣ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਬਾਰੇ ਕਿਹਾ ਗਿਆ, ਮੁਸਲਮਾਨਾਂ ਬਾਰੇ ਵੀ ਬੜਾ ਕੁਝ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਕਹਿੰਦੀ ਆ ਵੀ ਜਿਹੜੇ ਬੰਦੇ ਨਮਾਜ਼ ਨਹੀਂ ਪੜ੍ਹਦੇ ਉਹ ਬੰਦੇ ਕੁੱਤੇ ਹੁੰਦੇ ਆ। ਉਹ ਹਾਜੀ ਨੇ ਫਿਰ ਇਹ ਗੱਲ ਉੱਥੇ ਕਹੀ, ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ ਭਾਈ, ਇਹ ਰੀਤੀ ਜਿਹੜੀ ਆ ਚੰਗੀ ਨਹੀਂ, ਇਹ ਜਿਉਣ ਦਾ ਤਰੀਕਾ ਜ਼ਿੰਦਗੀ ਠੀਕ ਨਹੀਂ, ਜੇ ਤੂੰ ਨਮਾਜ਼ ਹੀ ਖੁੰਝਾਈ ਜਾਂਦਾ। ਤਾਂ ਉਹ ਜਿਹੜਾ ਸਰਬ ਧਰਮ ਸੰਮੇਲਨ ਸੀਗਾ ਉਹਦੇ ਵਿੱਚ ਹਾਜੀ ਨੇ ਜਿਹੜੀ ਗੱਲ ਕਹੀ ਸੀਗੀ, ਉੱਥੋਂ ਦੇ ਕਾਜੀ ਨੇ, ਕਿ ਇਸ ਤਰ੍ਹਾਂ ਹੈ ਕਿ ਦੇਖੋ ਭਾਈ ਗੁਰੂ ਗ੍ਰੰਥ ਸਾਹਿਬ ਜੀ ਵੀ ਇਹ ਕਹਿ ਰਹੇ ਆ ਵੀ ਮੁਸਲਮਾਨ ਨੂੰ 5 ਵਕਤ ਨਮਾਜ਼ ਪੜ੍ਹਨੀ ਚਾਹੀਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਫਰੀਦ ਜੀ ਦੀ ਬਾਣੀ ਦਰਜ ਆ ਤੇ ਉਹ ਇਹ ਕਹਿ ਰਹੇ ਆ, ਪਰ ਆਵਾਜ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਆ ਰਹੀ ਆ। ਤਾਂ ਜਿਹੜੇ ਨਮਾਜ਼ ਨਹੀਂ ਪੜ੍ਹਦੇ ਤਾਂ ਉਹਨਾਂ ਦਾ ਸੁਭਾਅ ਕੁੱਤਿਆਂ ਵਰਗਾ ਹੋ ਜਾਂਦਾ ਹੈ, ਉਹ ਦਰ ਦਰ ਦੀਆਂ ਠੋਕਰਾਂ ਖਾਂਦੇ ਆ। ਇਹ ਭਾਈ ਜਿਉਣ ਦਾ ਤਰੀਕਾ ਚੰਗਾ ਨਹੀਂ, ਕਭੀ ਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। 5 ਵਕਤ ਤੂੰ ਰੱਬ ਨੂੰ ਚੇਤੇ ਕਰਨਾ ਸੀ, ਉਹ ਵੀ ਨੂੰ ਕਰ ਸਕਿਆ। ਤਾਂ ਭਾਵ ਇਹ ਹਰ ਕਿਸੇ ਨੂੰ ਆ, ਵੀ ਇਕੱਲੇ ਮੁਸਲਮਾਨਾਂ ਨੂੰ ਨਹੀਂ। ਇਹ ਸਿੱਖ ਨਹੀਂ ਚੇਤੇ ਕਰਦੇ, ਉਹਨਾਂ ਦੀ ਜ਼ਿੰਦਗੀ ਵੀ ਕੁੱਤਿਆਂ ਦੇ ਸਮਾਨ ਹੀ, ਆਪਦੇ ਗੁਰੂ ਨੂੰ। ਇਹ ਹਿੰਦੂ ਨਹੀਂ ਚੇਤੇ ਕਰਦੇ ਆਪਦੇ ਮੁਰਸ਼ਿਦ ਨੂੰ, ਉਹਨਾਂ ਦੀ ਜ਼ਿੰਦਗੀ ਵੀ ਕੁੱਕਰਾਂ ਦੇ ਸਮਾਨ ਹੈ। ਤਾਂ ਇਹ ਸਾਰਿਆਂ ਲਈ ਇਹ ਬਾਬਾ ਫਰੀਦ ਜੀ ਤਾਂ ਇੱਕ ਸੂਫੀ ਫਕੀਰ ਹੋਣ ਕਰਕੇ ਮੁਸਲਮਾਨਾਂ ਨੂੰ ਕਹਿ ਰਹੇ ਆ ਵੀ ਜਿਹੜੇ ਰੱਬ ਨੂੰ ਯਾਦ ਨਹੀਂ ਕਰਦੇ ਉਹਨਾਂ ਦੀ ਜ਼ਿੰਦਗੀ ਕੁੱਤਿਆਂ ਦੇ ਵਾਂਗ ਹੋ ਜਾਂਦੀ ਆ, ਕੁੱਤਿਆਂ ਦੇ ਸਮਾਨ ਹੀ ਹੋ ਜਾਂਦੀ ਆ। ਕਭੀ ਹੀ ਚੱਲ ਨਾ ਆਇਆ ਬੰਦਿਆ, ਤੂੰ ਕਦੇ ਵੀ ਚੱਲ ਕੇ ਨਹੀਂ ਆਇਆ ਪੰਜੇ ਵਕਤ ਮਸੀਤ, ਪੰਜੇ ਵੇਲੇ ਤੂੰ ਮਸੀਤ ਚੱਲ ਕੇ ਨਾ ਆ ਸਕਿਆ। ਤਾਂ ਇਹ ਫਿਰ ਉੱਥੇ ਜਦੋਂ ਕਾਜੀ ਨੇ ਫਿਰ ਇਹ ਗੱਲ ਕਹੀ, ਉਸ ਤੋਂ ਬਾਅਦ ਸੰਤ ਸੰਮੇਲਨ ਦੇ ਵੱਲੋਂ ਮਹਾਂਪੁਰਖ ਹਰੀ ਸਿੰਘ ਜੀ, ਗਿਆਨੀ ਹਰੀ ਸਿੰਘ ਜੀ ਰੰਧਾਵੇ ਵਾਲੇ, ਉਹਨਾਂ ਨੇ ਜਾ ਕੇ ਉੱਥੇ ਬੋਲਿਆ ਵੀ ਬਿਲਕੁਲ ਹਾਜੀ ਨੇ ਜਿਹੜੀ ਗੱਲ ਕਹੀ ਆ, ਕਾਜੀ ਸਾਹਿਬ ਨੇ ਸਹੀ ਕਹੀ ਆ। ਇੱਦਾਂ ਹੀ ਭਾਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਵੀ ਜਿਹੜੇ ਬੰਦੇ ਮੁਸਲਮਾਨ ਨਮਾਜ਼ ਨਹੀਂ ਪੜ੍ਹਦੇ ਉਹ ਭਲੇ ਬੰਦੇ ਕਿਵੇਂ ਹੋ ਸਕਦੇ ਆ ਜਿਹੜੇ ਮਸੀਤ ਵਿੱਚ ਹੀ ਨਹੀਂ ਆਉਂਦੇ। ਤਾਂ ਅਵਲ ਸਿਫਤ, ਦੂਜੀ ਸਾਬੂਰੀ, ਤੀਜੇ ਹਲੀਮੀ, ਚੌਥੇ ਖੈਰੀ। ਮੁਸਲਮਾਨ ਕਹਾਵਨ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਮੁਸਲਮਾਨ ਕਹਾਉਣਾ ਸੌਖਾ, ਬਣਨਾ ਔਖਾ, ਇਹਦੇ ਲਈ ਉਦਮ ਕਰਨਾ ਪੈਂਦਾ। ਅਵਲ ਸਿਫਤ, ਪਹਿਲੀ ਨਮਾਜ਼ ਆ ਉਸਤਤ ਕਰੇ ਰੱਬ ਦੀ। ਦੂਜੀ ਨਮਾਜ਼ ਵਿੱਚ ਸੰਤੋਖ ਹੋਣਾ ਚਾਹੀਦਾ, ਬੰਦੇ ਵਿੱਚ ਸੰਤੋਖ ਆਵੇ। ਤੀਜੀ ਹਲੀਮੀ, ਤੀਜੀ ਨਮਾਜ਼ ਵਿੱਚ ਨਿਮਰਤਾ ਹੋਣੀ ਚਾਹੀਦੀ ਆ ਪੜ੍ਹ ਕੇ। ਚੌਥੇ ਖੈਰੀ,
ਚੌਥੀ ਨਮਾਜ਼ ਆ ਖੈਰ ਕਰਨ ਦੀ, ਦਾਨ ਕਰਨ ਦੀ, ਖੈਰਾਤ ਕਰਨ ਦੀ। ਪੰਜਵੇਂ ਪੰਜੇ ਇੱਕ ਤੁਮ ਮੁਕਾਮੈ, ਪੰਜ ਵਕਤ ਤੇਰੇ ਅਪਰ ਪਰਾ। ਪੰਜਵੀਂ ਨਮਾਜ਼ ਵਿੱਚ ਮਨ ਇਕਾਗਰ ਕਰੇ ਬੰਦਾ, ਪੂਰਾ ਖਿੰਡਿਆ ਹੋਇਆ ਮਨ ਜਿਹੜਾ ਟੁਕੜੇ ਟੁਕੜੇ ਹੋਇਆ ਪਿਆ ਉਹਨੂੰ ਜੋੜੇ, ਉਹਨੂੰ ਇੱਕ ਥਾਂ ਤੇ ਬੰਨ੍ਹ ਕੇ ਲਿਆਵੇ। ਇਹ ਪੰਜ ਨਮਾਜ਼ਾਂ ਗੁਰੂ ਸਾਹਿਬ ਦੇ ਵਿੱਚ ਵੀ ਦੱਸੀਆਂ ਹੋਈਆਂ ਵੀ ਅੱਬਲ ਸਿਫਤ, ਸਭ ਤੋਂ ਪਹਿਲਾਂ ਉਸਤਤ ਪਹਿਲੀ ਨਮਾਜ਼ ਵਿੱਚ, ਦੂਜੀ ਵਿੱਚ ਸੰਤੋਖ ਹੋਵੇ ਪੜ੍ਹ ਕੇ, ਤੀਜੀ ਵਿੱਚ ਨਿਮਰਤਾ, ਚੌਥੀ ਵਿੱਚ ਖੈਰਾਤ, ਸਭ ਦੇ ਬਾਰੇ ਭਲਾ ਸੋਚਣਾ, ਪੰਜਵੀਂ ਦੇ ਵਿੱਚ ਆਪਦੇ ਮਨ ਨੂੰ ਇਕਾਗਰ ਕਰਨਾ। ਤਾਂ ਇਹ ਚੀਜ਼ਾਂ ਬੰਦੇ ਵਿੱਚ ਹੋਣੀਆਂ ਚਾਹੀਦੀਆਂ। ਗੁਰੂ ਪਿਆਰਿਓ, ਅੱਗੇ ਹੈ ਉੱਠ ਫਰੀਦਾ ਅਗਲਾ ਸਲੋਕ। ਉਜੂ ਸਾਜ ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਬਾਬਾ ਫਰੀਦ ਜੀ ਕਹਿੰਦੇ ਭਾਈ ਨਮਾਜ਼ ਪੜ੍ਹਨ ਤੋਂ ਪਹਿਲਾਂ ਉੱਠ, ਉਜੂ ਸਾਜ। ਉਜੂ ਸਾਜਣਾ ਕਿਹਨੂੰ ਕਹਿੰਦੇ ਆ? ਜਿਵੇਂ ਆਪਾਂ ਤਾਂ ਮੂੰਹ ਹੱਥ ਧੋ ਲੈਂਦੇ ਆ, ਇਹਨੂੰ ਪੰਜ ਇਸ਼ਨਾਨਾਂ ਕਹਿੰਦੇ ਆ। ਤੇ ਨਮਾਜ਼ ਪੜ੍ਹਨ ਤੋਂ ਪਹਿਲਾਂ ਉਜੂ ਸਾਜਿਆ ਜਾਂਦਾ। ਉਹਦੇ ਵਿੱਚ ਕੀ ਆ? ਕੂਣੀਆਂ ਤੱਕ ਪਹਿਲਾਂ ਜਿਹੜੇ ਮੁਸਲਮਾਨ ਆ ਬਾਹਾਂ ਧੋਂਦੇ ਆ, ਹੱਥ ਤੋਂ ਲੈ ਕੇ ਕੂਣੀਆਂ ਤੱਕ ਬਾਹਾਂ ਨੂੰ ਧੋਣਾ, ਪੈਰਾਂ ਤੋਂ ਲੈ ਕੇ ਗੋਡਿਆਂ ਤੱਕ ਪਾਣੀ ਪਾਉਣਾ, ਉਹ ਸਾਫ਼ ਕਰਨੇ ਆ। ਫਿਰ ਚਿਹਰਾ ਧੋਣਾ, ਕੰਨ ਵੀ ਸਾਫ਼ ਕਰਨੇ ਆ, ਤੇ ਇਸ ਤਰ੍ਹਾਂ ਆਪਦੇ ਸਰੀਰ ਦੀ ਸਫਾਈ ਕਰਨੀ ਆ। ਇਹ ਸਾਰੀਆਂ ਚੀਜ਼ਾਂ ਕਰਕੇ ਤੇ ਉਸ ਤੋਂ ਬਾਅਦ ਨਮਾਜ਼ ਪੜ੍ਹਨ ਜਾਈਦਾ। ਨਮਾਜ਼ ਪੜ੍ਹਨ ਦੀ ਮਰਿਆਦਾ ਹੈ। ਇਕੱਲੇ ਹੱਥ ਨਹੀਂ ਧੋਣੇ, ਕੂਣੀਆਂ ਤੱਕ ਹੱਥ ਧੋਣੇ ਆ, ਛਿੱਟੇ ਪਏ ਹੁੰਦੇ ਕਈ ਵਾਰ। ਪੈਰ ਨਹੀਂ ਇਕੱਲੇ ਧੋਣੇ, ਗੋਡਿਆਂ ਤੱਕ ਪੈਰ ਧੋਣੇ ਆ, ਉਦੋਂ ਵੀ ਸਫਾਈ ਕਰਨੀ ਆ। ਫਿਰ ਕੰਨਾਂ ਦੀ ਸਫਾਈ ਕਰਨੀ ਆ, ਨੱਕ ਦੀ ਸਫਾਈ ਕਰਨੀ ਆ, ਤੇ ਫਿਰ ਚਿਹਰਾ ਧੋਣਾ। ਇਹਨੂੰ ਉਜੂ ਸਾਜਣਾ ਕਹਿੰਦੇ ਆ। ਹੋਰ ਵੀ ਕਈ ਇਹਦੇ ਵਿੱਚ ਕਿਰਿਆ ਹਨ ਸ਼ਾਮਲ। ਤਾਂ ਗੁਰੂ ਪਿਆਰਿਓ, ਇੱਦਾਂ ਫਿਰ ਉਜੂ ਜਦੋਂ ਸਾਜ ਲਿਆ ਫਿਰ ਨਮਾਜ਼ ਪੜ੍ਹਨ ਜਾਈਦਾ। ਸਾਰਾ ਇਸ਼ਨਾਨ ਤਾਂ ਨਹੀਂ ਕਰਦੇ ਫਿਰ ਵੀ ਦਿਨ 'ਚ 5 ਵਾਰੀ ਨਮਾਜ਼ ਆ ਤੇ 5 ਵਾਰੀ ਇਸ਼ਨਾਨ ਤਾਂ ਨਹੀਂ ਕਰ ਸਕਦੇ। ਅਰਬ ਦੇ ਵਿੱਚ ਵੈਸੇ ਵੀ ਜਿੱਥੇ ਮੁਸਲਮਾਨ ਰਹਿੰਦੇ ਸੀ ਪਾਣੀ ਦੀ ਬੜੀ ਕਿੱਲਤ ਸੀਗੀ, ਉੱਥੋਂ ਉਜੂ ਸਾਜਣ ਦਾ ਇਹ ਵਕਤ ਜਿਹੜਾ ਸੀ, ਮਰਿਆਦਾ ਸੀ, ਚੱਲੀ। ਫਿਰ ਪਾਣੀ ਦੀ ਕਿੱਲਤ ਹੋਣ ਕਰਕੇ ਅਰਬ ਦੇਸ਼ਾਂ ਵਿੱਚ ਪਾਣੀ ਨਹੀਂ ਇੰਨਾ ਜਿੰਨਾ ਸਾਡੇ ਇੱਧਰ ਆਮ ਆ, ਉੱਥੇ ਪਾਣੀ ਦੀ ਬੜੀ ਕਿੱਲਤ ਆ। ਤੇ ਜਿਹਦੇ ਕਰਕੇ ਫਿਰ ਉੱਥੇ ਉਜੂ ਸਾਜਣ ਦੀ ਮਰਿਆਦਾ ਚੱਲ ਪਈ ਵੀ ਉਜੂ ਸਾਜ ਲਓ। ਕੂਣੀਆਂ ਤੱਕ ਭਾਵ ਕਿ ਇਹ ਹੱਥ ਧੋ ਲਓ, ਬਾਹਾਂ ਧੋ ਲਓ, ਗੋਡਿਆਂ ਤੱਕ ਪੈਰ ਧੋ ਲਓ, ਲੱਤਾਂ ਧੋ ਲਓ, ਫਿਰ ਨਮਾਜ਼ ਪੜ੍ਹੋ, ਚਿਹਰਾ ਧੋ ਲਓ। ਇਸ ਤਰ੍ਹਾਂ ਉਜੂ ਸਾਜਣ ਲੱਗੇ। ਤੇ ਬਾਬਾ ਫਰੀਦ ਜੀ ਕਹਿੰਦੇ ਐ ਫਰੀਦ, ਐ ਬੰਦਿਆ ਤੂੰ ਗਾਫਲ ਹੋ ਕੇ ਸੁੱਤਾ ਕਿਉਂ ਪਿਆ? ਉੱਠ ਭਾਈ, ਸੁਬਹ ਦੀ ਨਮਾਜ਼ ਗੁਜ਼ਾਰ, ਸਵੇਰੇ ਉੱਠ ਕੇ ਮਸੀਤ ਵਿੱਚ ਜਾ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਜਿਹੜਾ ਵੀ ਸਿਰ ਸਾਈਂ ਦੇ ਅੱਗੇ ਝੁਕਦਾ ਹੀ ਨਹੀਂ, ਜਿਹੜਾ ਸਿਰ ਮਾਲਕ ਦੇ ਅੱਗੇ ਝੁਕਦਾ ਹੀ ਨਹੀਂ, ਉਹਨੂੰ ਕੱਟ ਕੇ ਉਤਾਰ ਦੇ। ਉਹ ਤੇਰੇ ਕਿਸੇ ਕੰਮ ਦਾ ਨਹੀਂ। ਭਾਵ ਸਿਰ ਕੱਟਣ ਤੋਂ ਭਾਵ ਕਿ ਇਹ ਸਿਰ ਕਿਸੇ ਕੰਮ ਨਹੀਂ ਆਉਣਾ ਜੇ ਤੇਰੇ ਗੁਰੂ ਅੱਗੇ ਨਹੀਂ ਝੁਕਦਾ, ਜੇ ਮਾਲਕ ਅੱਗੇ ਨਹੀਂ ਝੁਕ ਰਿਹਾ। ਇਹ 'ਚ ਹਉਮੈ ਆ। ਬੰਦਗੀਹੀਣਾ ਬੰਦਾ ਜਿਹੜਾ ਹੈ ਉਹਦੇ ਜਿਉਣ ਦਾ ਕੀ ਲਾਭ ਭਾਈ? ਕੋਈ ਲਾਭ ਨਹੀਂ। ਤਾਂ ਉਹਦੇ ਸਿਰ ਨੂੰ ਕੱਟ ਕੇ ਨਾ ਉਤਾਰ ਦੇ, ਇਹਦਾ ਕੋਈ ਕੰਮ ਨਹੀਂ। ਉੱਠ ਫਰੀਦਾ ਉਜੂ ਸਾਜ, ਸੁਬਹਾ ਨਿਵਾਜ ਗੁਜ਼ਾਰ। ਐ ਫਰੀਦ, ਸੁਬਹ ਦੀ ਨਮਾਜ਼ ਪੜ੍ਹਿਆ ਕਰ, ਉੱਠਿਆ ਕਰ। ਗੁਰੂ ਪਿਆਰਿਓ, ਇਹ ਬਾਬਾ ਫਰੀਦ ਜੀ ਦੇ ਆਪਣੇ ਜੀਵਨ ਦੀਆਂ ਘਟਨਾਵਾਂ, ਜਿਹਦੇ ਵਿੱਚ ਬਚਪਨ ਦੇ ਵਿੱਚ ਉਹ ਨਮਾਜ਼ ਪੜ੍ਹਨ ਲੱਗੇ ਜਦੋਂ, ਤੇ ਮਾਤਾ ਮਰੀਅਮ ਜੀ ਨੇ ਉਹਨਾਂ ਨੂੰ ਇੱਧਰ ਲਾਇਆ ਵੀ ਇਹ ਫਰੀਦ ਬੱਚੇ ਤੂੰ ਨਮਾਜ਼ ਪੜ੍ਹਿਆ ਕਰ। ਇਹਨਾਂ ਆਖਿਆ ਮਾਂ ਉਹ ਕੀ ਦੇਵੇਗਾ ਜੇ ਮੈਂ ਨਮਾਜ਼ ਪੜ੍ਹੂੰਗਾ? ਕੁਝ ਨਾ ਕੁਝ ਤਾਂ ਮੈਨੂੰ ਮਿਲਣਾ ਚਾਹੀਦਾ। ਉਹਨਾਂ ਆਖਿਆ ਗੁੜ ਜਾਂ ਸ਼ੱਕਰ, ਇਹ ਦੋਨਾਂ ਚੀਜ਼ਾਂ ਚੋਂ ਇੱਕ ਚੀਜ਼ ਤੈਨੂੰ ਮਿਲ ਜਾ ਕਰੇਗੀ, ਜ਼ਿਆਦਾ ਕਰਕੇ ਸ਼ੱਕਰ ਹੀ। ਨਮਾਜ਼ ਪੜ੍ਹੀ ਅੱਖਾਂ ਮੀਟ ਕੇ ਫਰੀਦ ਜੀ ਨੇ। ਮਾਤਾ ਜੀ ਨੇ ਹੌਲੀ ਕਦਨੇ ਜਿਹੜੀ ਚਟਾਈ ਸੀਗੀ, ਮੈਟ ਸੀਗਾ, ਉਹਦੇ ਥੱਲੇ ਸ਼ੱਕਰ ਦੀ ਪੁੜੀ ਰੱਖ ਦਿੱਤੀ। ਉੱਠਿਆ ਜਦੋਂ ਚੁੱਕਣ ਲੱਗੇ ਚਟਾਈ, ਥੱਲੇ ਸ਼ੱਕਰ ਦੀ ਪੁੜੀ ਪਈ। ਮਾਂ ਨੂੰ ਕਿਹਾ ਮਾਂ ਇਹ ਨਗਦ ਸੌਦਾ, ਇੱਧਰੋਂ ਨਮਾਜ਼ ਪੜ੍ਹੀ ਆ, ਇੱਧਰੋਂ ਸ਼ੱਕਰ ਦੀ ਪੁੜੀ ਮਿਲੀ ਆ, ਇਹ ਤਾਂ ਬੜਾ ਚੰਗਾ ਸੌਦਾ।
ਅਗਲੇ ਦਿਨ ਪੜ੍ਹਦੇ ਗਏ ਆਦਤ ਪੱਕ ਗਈ। ਸ਼ੱਕਰ ਖਾ ਖਾ ਕੇ ਪਹਿਲਾਂ ਲੱਗੇ, ਬਾਅਦ ਵਿੱਚ ਆਪ ਹੀ ਇੰਨੀ ਮਿਠਾਸ ਨਾ ਭਰ ਗਏ ਵੀ ਦੁਨਿਆਵੀ ਸ਼ੱਕਰ ਦੀ ਕੋਈ ਲੋੜ ਨਾ ਪਈ। ਤਾਂ ਇਹ ਬਾਬਾ ਫਰੀਦ ਜੀ ਦਾ ਆਪਣਾ ਖੁਦ ਦਾ ਜੀਵਨ, ਤੇ ਜਿਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਵੀ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ, ਸ਼ੱਕਰ ਭਾਵੇਂ ਹੈ ਖੰਡ ਨਿਵਾਤ ਗੁੜ, ਮਾਖਿਓ ਸ਼ਹਿਦ ਵੀ ਆ ਗੁੜ ਵੀ ਆ, ਮੱਝ ਦਾ ਦੁੱਧ ਵੀ ਆ, ਪਰ ਰੱਬ ਦੇ ਨਾਮ ਤੋਂ ਭਾਈ ਕੋਈ ਚੀਜ਼ ਮਿੱਠੀ ਨਹੀਂ ਹੋ ਸਕਦੀ। ਉਹ ਸਾਰਿਆਂ ਨਾਲੋਂ ਮਿੱਠਾ ਹੈ। ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ। ਤਾਂ ਗੁਰੂ ਪਿਆਰਿਓ, ਇਹ ਫਿਰ 5 ਨਮਾਜ਼ਾਂ ਹੁੰਦੀਆਂ ਨੇ, ਉਹਦੇ ਵਿੱਚ ਉਜੂ ਸਾਜਣਾ ਪੈਂਦਾ। ਪਹਿਲਾਂ ਤਾਂ ਮੁਸਲਮਾਨ ਜਿਹੜੇ ਸੀਗੇ ਇਹਨਾਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਸੀ, ਮਰਿਆਦਾ ਤੋੜਦੇ ਜਾ ਰਹੇ ਸੀ। ਜਿਵੇਂ ਆਪਣੇ ਵਿੱਚ ਸਿੱਖਾਂ ਦੇ ਵਿੱਚ ਕਿੰਨੇ ਕੁ ਬੱਚੇ ਆ ਜਿਹੜੇ ਸੁਬਾਹ ਉੱਠ ਕੇ ਪਾਠ ਪੜ੍ਹਦੇ ਆ। ਪਿੰਡ ਵਿੱਚ ਜੇ 100 ਬੱਚਾ ਹੋਵੇਗਾ, 100 ਦੇ ਵਿੱਚੋਂ 2-3 ਬੱਚੇ ਹੀ ਹੋਣਗੇ ਜਿਹੜੇ ਆਪਣੇ ਆਪ ਉੱਠ ਕੇ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਹੋਣਗੇ। ਬੜੇ ਥੋੜ੍ਹੇ ਬੱਚੇ ਆ, ਨਹੀਂ ਹਲੂਣਾ ਦੇ ਕੇ ਬੱਚਿਆਂ ਨੂੰ ਉਠਾਉਣ ਵਾਲੀ ਗੱਲ ਹੈ। ਤਾਂ ਇਹ ਬਾਬਾ ਫਰੀਦ ਜੀ ਨੇ ਆਖਿਆ ਵੀ ਮੁਹੰਮਦ ਸਾਹਿਬ ਦੀ ਮਰਿਆਦਾ ਨਾ ਕਿਤੇ ਟੁੱਟ ਜੇ। ਤਾਂ ਮੈਂ ਵੀ ਕੁਝ ਇਹਦੇ ਬਾਰੇ ਬੋਲਦਾ ਵੀ ਮੁਸਲਮਾਨ ਨਮਾਜ਼ ਪੜ੍ਹਨ ਨੂੰ ਹੀ ਹਟ ਗਈ ਜਨਰੇਸ਼ਨ, ਨਵੀਂ ਪੀੜ੍ਹੀ, ਫਿਰ ਮਰਿਆਦਾ ਕਿਵੇਂ ਬਣੀ ਰਹੂਗੀ। ਉਹਨਾਂ ਨੇ ਕਹਿ ਦਿੱਤਾ ਫਰੀਦਾ ਬੇਨਵਾਜਾ ਕੁੱਤਿਆ, ਜਿਹੜੇ ਨਮਾਜ਼ ਨਹੀਂ ਪੜ੍ਹਦੇ ਉਹ ਕੁੱਤੇ ਹੁੰਦੇ ਆ। ਇਹ ਨਾ ਭਲੀ ਰੀਤ, ਇਹ ਰੀਤ ਚੰਗੀ ਨਹੀਂ ਹੁੰਦੀ। ਉਹਨਾਂ ਦਾ ਜੀਵਨ ਕੁੱਤਿਆਂ ਵਰਗਾ ਹੋ ਜਾਂਦਾ, ਕੁੱਕਰਾਂ ਵਰਗਾ, ਜਿਹੜੇ ਮਸੀਤ ਵਿੱਚ ਚੱਲ ਕੇ ਕਦੇ ਨਹੀਂ ਆਉਂਦੇ। ਇਹ ਕੇਵਲ ਮੁਸਲਮਾਨਾਂ ਲਈ ਉਪਦੇਸ਼ ਨਹੀਂ ਹੈ, ਹਰ ਵਰਗ ਦੇ ਲੋਕਾਂ ਲਈ ਆ, ਹਰ ਧਰਮ ਦੇ ਲੋਕਾਂ ਲਈ ਆ, ਹਰ ਧਰਮੀ ਬੰਦੇ ਵਾਸਤੇ ਆ। ਇਹ ਰੱਬ ਦਾ ਨਾਮ ਲੈਣ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਕੁੱਤਿਆਂ ਵਰਗੀ, ਕੁੱਕਰਾਂ ਵਰਗੀ ਹੋ ਜਾਂਦੀ ਆ। ਆਮ ਹੀ ਜਿਹੜਾ ਬੰਦਾ ਗਲੀਆਂ 'ਚ ਤੁਰਦਾ ਫਿਰਦਾ, ਕੋਈ ਕੰਮ ਧੰਦਾ ਨਹੀਂ ਕਰਦਾ, ਆਪਾਂ ਕਹਿੰਦੇ ਕੁੱਤਿਆਂ ਵਾਂਗੇ ਭੱਜਿਆ ਰਹਿੰਦਾ, ਸਾਰਾ ਦਿਨ ਫਿਰਦਾ ਰਹਿੰਦਾ, ਕੀ ਇਹਦੀ ਜ਼ਿੰਦਗੀ ਆ। ਇਹ ਵੀ ਆ ਵੀ ਕੁੱਤੇ ਦੀ ਮੌਤ ਮਰੇਗਾ ਜਿਹੜਾ ਮਾੜਾ ਕੰਮ ਕਰੇਗਾ। ਰੋਡ 'ਤੇ ਐਕਸੀਡੈਂਟ ਹੋਏ ਪਏ ਹੁੰਦੇ ਆ ਕੁੱਤਿਆਂ ਦੇ, ਤੇ ਬਹੁਤ ਜ਼ਿਆਦਾ ਉਹਨਾਂ ਉੱਪਰੋਂ ਗੱਡੀਆਂ ਲੰਘ ਜਾਂਦੀਆਂ, ਲਤਾੜੇ ਜਾਂਦੇ ਆ। ਤੇ ਇਹ ਸਾਰੀ ਚੀਜ਼ ਫਿਰ ਕੁੱਕਰਾਂ ਦੇ ਨਾਲ ਹੀ ਹੁੰਦੀ ਆ। ਗੁਰਸਿੱਖ ਪਿਆਰਿਓ, ਆਪਾਂ ਵੇਖਦੇ ਆ ਕਿੰਨੀ ਭੈੜੀ ਮੌਤ ਉਹਨਾਂ ਨੂੰ ਆਉਂਦੀ ਆ। ਤਾਂ ਬਾਬਾ ਫਰੀਦ ਜੀ ਨੇ ਜਿਹੜੇ ਨਾਮ ਨਹੀਂ ਜਪਦੇ, ਉਹਨਾਂ ਦੀ ਜਿਹੜੀ ਤੁਲਨਾ ਹੈ ਕੁੱਕਰਾਂ ਕੁੱਤਿਆਂ ਨਾਲ ਕੀਤੀ ਆ ਵੀ ਇਹ ਕੁੱਤਿਆਂ ਵਾਂਗ ਤੁਸੀਂ ਫਿਰ ਰਹੇ ਹੋ, ਲਾਲਚ ਵਿੱਚ ਨਮਾਜ਼ ਨਹੀਂ ਪੜ੍ਹਦੇ। ਹੁਣ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਨਮਾਜ਼ਾਂ ਦੇ ਅਰਥਾਂ ਨੂੰ ਥੋੜ੍ਹਾ ਖੋਲ੍ਹ ਕੇ ਲਿਖਿਆ। 5 ਨਮਾਜ਼ਾਂ ਤੁਹਾਨੂੰ ਦੱਸੀਆਂ ਕਿ ਕਿਉਂ 50 ਤੋਂ 5 ਬਣ ਗਈਆਂ। ਜਦੋਂ ਮੁਹੰਮਦ ਸਾਹਿਬ ਨੇ ਆਖਿਆ ਵੀ 50 ਵਾਰੀ ਬੰਦਿਆਂ ਤੈਨੂੰ ਰੱਬ ਦਾ ਨਾਮ ਲੈਣਾ ਚਾਹੀਦਾ, ਹਜ਼ਰਤ ਮੂਸਾ ਕਹਿਣ ਲੱਗਾ ਜੀ ਇੰਨੀ ਵਾਰੀ ਲੋਕਾਂ ਤੋਂ ਲਿਆ ਨਹੀਂ ਜਾਣਾ ਮੁਹੰਮਦ ਸਾਹਿਬ ਜੀ, ਇਹ ਬਹੁਤ ਵਿਅਸਤ ਲੋਕ ਨੇ, ਇਹ ਬਹੁਤ ਜ਼ਿਆਦਾ ਬਿਜ਼ੀ ਆਪਦੀ ਲਾਈਫ ਦੇ ਵਿੱਚ ਹਨ, ਆਪਦੀ ਜ਼ਿੰਦਗੀ ਵਿੱਚ ਇੰਨਾ ਘੱਟ ਕਰ ਦਿਓ ਥੋੜ੍ਹਾ ਜਿਹਾ। ਘਟਾ ਕੇ ਮੂਸੇ ਨੇ 5 ਤੇ ਲਿਆਂਦਾ ਵੀ 0 ਲਾ ਦਿਓ ਪਿੱਛੋਂ, 50 ਤਾਂ ਬਾਹਲੀ ਵਾਰੀ ਆ। ਉਹ ਕਹਿੰਦੇ 5 ਵਾਰ, ਉਹ ਕਹਿੰਦੇ 5 ਵਾਰੀ ਵੀ ਨਹੀਂ ਇਹਨਾਂ ਲੈਣਾ, 5 ਵਾਰੀ ਵੀ ਨਮਾਜ਼ ਨਹੀਂ ਪੜ੍ਹੀ ਜਾਣੀ, ਇਹ ਵੀ ਖੁਜਾ ਦਿਆ ਕਰਨਗੇ। ਉਹ ਕਹਿੰਦੇ ਫਿਰ ਇਦੋਂ ਘੱਟ ਤਾਂ ਸਰਨਾ ਨਹੀਂ, ਇਦੋਂ ਘੱਟ ਨਹੀਂ ਚੱਲਣਾ। ਹੁਣ 50 ਕੱਟ ਕੇ ਦੇਖੋ, 5 ਤੇ ਲਿਆਂਦਾ ਵੀ 5 ਵਾਰੀ ਜਪੋ, 5 ਵਾਰੀ ਤਾਂ ਜਪ ਸਕਦੀ ਆ। ਉਹ ਕਹਿੰਦੇ ਨਹੀਂ ਜੀ, ਇਹ ਵੀ ਨਹੀਂ ਇਹਨਾਂ ਤੋਂ ਹੋਣਾ, ਇਹ ਹੈ ਹੀ ਇੱਦਾਂ ਦੇ ਯੁੱਗ ਦੇ ਲੋਕ ਆ। ਫਿਰ ਉਹ ਕਹਿੰਦੇ ਇਦੋਂ ਘੱਟ ਸਰਨਾ ਨਹੀਂ, ਇਦੋਂ ਘੱਟ ਨਹੀਂ ਹੋਣਾ, ਵੀ 5 ਵਾਰੀ ਤਾਂ ਪੜ੍ਹਨੀਆਂ ਹੀ ਪੈਣੀਆਂ 5 ਨਮਾਜ਼ਾਂ। ਫਿਰ ਉਦੋਂ ਤੋਂ ਹੀ ਮਰਿਆਦਾ ਜਿਹੜੀ ਚੱਲਦੀ ਆ ਰਹੀ ਆ। ਇਹ ਵੱਖਰੀ ਇੱਕ ਸ਼ਰ੍ਹਾ ਕਾਨੂੰਨ ਆ, ਭਾਵੇਂ ਕੁਰਾਨ ਸ਼ਰੀਫ ਦੇ ਵਿੱਚ ਨਹੀਂ ਲਿਖਿਆ ਵੀ 5 ਵਾਰੀ ਹੀ ਪੜ੍ਹਨਾ। ਉਹ ਤਾਂ ਕਹਿ ਰਹੇ ਵੀ ਸਦਾ ਹੀ ਚੇਤੇ ਕਰੋ ਰੱਬ ਨੂੰ, ਸਦਾ ਹੀ ਮਾਲਕ ਨੂੰ ਚੇਤੇ ਰੱਖੋ, ਭੁਲਾਵੋ ਹੀ ਨਾ ਕਦੇ। ਤਾਂ ਪਰ ਉਦੋਂ ਫਿਰ ਜਦੋਂ ਵਾਰ-ਵਾਰ ਹੋਇਆ ਇੱਕ ਮਰਿਆਦਾ 'ਚ ਬੰਨ੍ਹਣਾ ਸੀ, ਫਿਰ 5 ਟਾਈਮ ਲਾ ਦਿੱਤੇ ਵੀ ਸੁਬਾਹ, ਦੁਪਹਿਰੇ ਤੇ ਸ਼ਾਮੀ, ਰਾਤ ਨੂੰ ਸੌਣ ਤੋਂ ਪਹਿਲਾਂ ਥੋੜ੍ਹਾ ਰੱਬ ਨੂੰ ਬਾਈ ਚੇਤੇ ਕਰ। ਤਾਂ ਕੁਝ ਮੁਸਲਮਾਨ ਪੱਕੇ ਨਮਾਜ਼ੀ ਬਣ ਗਏ ਆ, ਉਹ ਖੁੰਝਾਉਂਦੇ ਨਹੀਂ ਟਾਈਮ, ਉਹਨਾਂ ਨੇ ਨੋਟ ਕੀਤਾ ਹੁੰਦਾ। ਦੁਕਾਨ ਕਰ ਰਹੇ ਆ, ਬੰਦ ਕਰ ਦਿੰਦੇ ਦੁਕਾਨ, ਮਸੀਤ ਵਿੱਚ ਜਾਂਦੇ ਆ ਜਾਂ ਉੱਥੇ ਹੀ ਚਾਹੇ ਟ੍ਰੇਨ 'ਚ ਬੈਠੇ ਆ, ਜਦੋਂ ਟਾਈਮ ਹੋ ਗਿਆ ਦੇਖ ਲੈਣਾ ਉਹਨਾਂ ਨੇ ਘੜੀ, ਤੇ ਨਮਾਜ਼ ਪੜ੍ਹਨ ਲੱਗ ਜਾਣਾ।
ਉਹਨਾਂ ਨੇ ਨਹੀਂ ਦੇਖਣਾ ਵੀ ਦੁਕਾਨ ਗਾਹਕ ਆਏ ਹੋਏ ਆ, ਫਿਰ ਉਹਨਾਂ ਨੇ ਪੜ੍ਹਨੀ ਨੂੰ ਪੜ੍ਹਨੀ ਆ, ਭਾਵ ਨਮਾਜ਼ ਖੁਝਾਉਂਦੇ ਨਹੀਂ ਪੱਕੇ ਨਮਾਜ਼ੀ। ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਸਿੱਖਾ ਤੂੰ ਵੀ ਨਮਾਜ਼ ਪੜ੍ਹਿਆ ਕਰ। ਸਿੱਖਾਂ ਨੂੰ ਕਿਹਾ, ਸਿੱਖ ਕਹਿਣ ਲੱਗੇ ਮਹਾਰਾਜ ਵੀ ਇਹ ਤਾਂ ਮੁਸਲਮਾਨ ਪੜ੍ਹਦੇ ਆ, ਅਸੀਂ ਵੀ ਨਮਾਜ਼ ਪੜ੍ਹ ਸਕਦੇ ਹਾਂ। ਉਹਨਾਂ ਨੇ ਫਿਰ ਅਰਥ ਕਰਕੇ ਦੱਸੇ, ਪਹਿਲਾ ਸੱਚ ਹਲਾਲ ਦੋਏ। ਪਹਿਲੀ ਨਮਾਜ਼ ਸਿੱਖਾ ਤੂੰ ਵੀ ਪੜ੍ਹ ਸੱਚ ਬੋਲਣ ਦੀ, ਪਹਿਲੀ ਨਮਾਜ਼ ਸੱਚ ਬੋਲਣ ਦੀ ਪੜ੍ਹਿਆ ਕਰ ਵੀ ਸਿੱਖਾ ਤੂੰ ਵੀ ਸੱਚ ਬੋਲਿਆ ਕਰ। ਮੁਸਲਮਾਨ ਵੀ ਨਮਾਜ਼ ਪੜ੍ਹਦੇ ਆ, ਤੂੰ ਵੀ ਨਮਾਜ਼ ਪੜ੍ਹ, ਸੱਚ ਬੋਲਿਆ ਕਰ। ਬਹੁਤ ਬੰਦੇ ਜ਼ਿੰਦਗੀ ਵਿੱਚ ਝੂਠ ਬੋਲਦੇ ਆ, ਕੁਫਰ ਤੋਲਦੇ ਆ, ਬੇਵਜ੍ਹਾ ਅਵਾ ਤਵਾ ਬੋਲਦੇ ਆ, ਬੇਅਰਥਾ ਬੋਲਦੇ ਆ, ਬਿਨਾਂ ਗੱਲੋਂ ਹੀ ਬੋਲੀ ਜਾਂਦੇ ਆ। ਇਹ ਸਾਰੇ ਜੀਵ ਦੇ ਪਾਪ ਹੀ ਆ। ਦੇਖੋ ਜੀਵ ਕਿੰਨੇ ਪਾਪ ਕਰੀ ਜਾਂਦੀ ਆ, ਸਰੀਰ ਹੱਥ ਪੈਰ ਤਾਂ ਜਿਹੜੇ ਪਾਪ ਕਰਦੀ ਆ ਆਪਣੇ, ਜੀਵ ਕਿੰਨੇ ਪਾਪ ਕਰਦੀ ਹੈ। ਜੀਵ ਸਭ ਤੋਂ ਵੱਧ ਪਾਪ ਕਰਦੀ ਆ ਝੂਠ ਬੋਲਣਾ, ਬੇਵਜ੍ਹਾ ਬੋਲੀ ਜਾਣਾ, ਤੇ ਇਸ ਤਰ੍ਹਾਂ ਫੜਾਂ ਮਾਰਨੀਆਂ, ਬੁਕਰਪੁਣੇ ਵਿੱਚ ਆ ਕੇ ਕੋਈ ਗੱਲਾਂ ਕਹਿ ਦੇਣੀਆਂ, ਤੇ ਕੁਫਰ ਤੋਲੀ ਜਾਣਾ ਸਾਰਾ ਦਿਨ, ਬੇਵਜ੍ਹਾ ਬੋਲੀ ਜਾਣਾ। ਇਹਨਾਂ ਚੀਜ਼ਾਂ ਦੇ ਅਰਥ ਥੋੜ੍ਹੀ ਹੈ ਕੋਈ। ਪਹਿਲਾ ਸੱਚ, ਸਭ ਤੋਂ ਪਹਿਲੀ ਨਮਾਜ਼ ਸਿੱਖਾ ਇਹ ਆ ਵੀ ਤੂੰ ਸੱਚ ਹੀ ਬੋਲ, ਹਲਾਲ ਦੋਏ। ਦੂਜੀ ਨਮਾਜ਼ ਸਿੱਖ ਵਾਸਤੇ ਇਹ ਆ ਵੀ ਹੱਕ ਦੀ ਕਮਾਈ ਕਰ, ਹੱਕ ਦੀ ਕਮਾਈ ਕਰ। ਕਿਸੇ ਦਾ ਗਲਾ ਵੱਢ ਕੇ ਬਣਾਈ ਹੋਈ ਕੋਠੀ ਘਰ ਮਕਾਨ ਜਿਹੜੇ ਆ ਇਹ ਕਦੋਂ ਤੱਕ ਫਲਣਗੇ ਨਹੀਂ। ਤਾਂ ਸਭ ਤੋਂ ਪਹਿਲੀ ਨਮਾਜ਼ ਸਿੱਖਾਂ ਦੇ ਵਿੱਚ ਜਿਹੜੀ ਹੈ ਸੱਚ ਬੋਲਣ ਦੀ ਹੀ ਹੈ। ਇਹਨਾਂ ਸੱਚ ਬੋਲਣਾ ਸਿੱਖੋ। ਦੂਜੀ ਚੀਜ਼ ਆ ਹੱਕ ਦੀ ਕਮਾਈ ਕਰਨੀ, ਕਿਉਂਕਿ ਜਿਹੜਾ ਬੰਦਾ ਸੱਚ ਹੀ ਨਹੀਂ ਬੋਲਦਾ ਉਹ ਹੱਕ ਦੀ ਕਮਾਈ ਨਹੀਂ ਕਰੇਗਾ ਕਦੇ, ਉਹ ਗਲਤ ਤਰੀਕੇ ਨਾਲ ਕਮਾਈ ਕਰੇਗਾ, ਝੂਠ ਬੋਲੇਗਾ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਲੁੱਟ ਕੇ ਉਹਨਾਂ ਤੋਂ ਫਿਰ ਪੈਸਾ ਕਮਾਵੇਗਾ, ਹੱਕ ਦੀ ਕਮਾਈ ਨਹੀਂ ਕਰ ਸਕਦਾ। ਤਾਂ ਪਹਿਲੀ ਨਮਾਜ਼ ਜਿਹਨੇ ਨਹੀਂ ਪੜ੍ਹੀ ਉਹ ਦੂਜੀ ਨਹੀਂ ਪੜ੍ਹ ਸਕਦਾ। ਪਹਿਲਾਂ ਸੱਚ ਬੋਲਣੇ ਸਿੱਖੋ। ਕਈ ਵਾਰੀ ਝੂਠੇ ਬੰਦੇ ਨੂੰ ਝੂਠ ਬੋਲਣ ਦੀ ਇੰਨੀ ਆਦਤ ਬਣ ਜਾਂਦੀ ਆ, ਉਹ ਗੱਲ ਤੇ ਝੂਠ ਬੋਲਦਾ। ਇੱਕ ਝੂਠ ਨੂੰ ਲੁਕਾਉਣ ਲਈ ਦੂਜਾ, ਦੂਜੇ ਨੂੰ ਫਿਰ ਲੁਕਾਉਣ ਲਈ ਤੀਜਾ ਝੂਠ। ਇਵੇਂ ਝੂਠ ਤੇ ਪਰਦੇ ਪਾਉਂਦਾ ਬੰਦਾ ਕਦੋਂ ਝੂਠ ਦੀ ਦੁਕਾਨ ਬਣ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ। ਹਲਾਲ ਦੋਏ, ਦੂਜੀ ਨਮਾਜ਼ ਆ ਹੱਕ ਦੀ ਕਮਾਈ। ਤੀਜਾ ਖੈਰ ਖੁਦਾਏ, ਤੀਜੀ ਨਮਾਜ਼ ਆ ਸਾਰਿਆਂ ਤੋਂ ਸਰਬੱਤ ਦਾ, ਸਭ ਦੀ ਅਰਦਾਸ ਕਰਨੀ, ਭਲਾ ਮੰਗਣਾ, ਸਰਬੱਤ ਦਾ ਭਲਾ ਮੰਗਣਾ। ਤੀਜੀ ਨਮਾਜ਼ ਆ ਸਿੱਖਾਂ ਦੀ। ਮੁਸਲਮਾਨਾਂ ਵਿੱਚ ਜਿਹੜੀ ਅਵਲ ਸਿਫਤ, ਦੂਜੀ ਸਾਬੂਰੀ, ਇਹਦੇ ਵਿੱਚ ਅਵਲ ਜਿਹੜੀ ਆ ਰੱਬ ਦੀ ਸਿਫਤ ਆ, ਦੂਜੀ ਜਿਹੜੀ ਆ ਸੰਤੋਖ ਧਾਰਨ ਕਰਨਾ, ਤੀਜਾ ਜਿਹੜੀ ਆ ਹਲੀਮੀ, ਨਿਮਰਤਾ ਹੋਣੀ ਚਾਹੀਦੀ ਆ, ਚੌਥਾ ਖੈਰੀ, ਦਾਨ ਕਰਨਾ, ਪੰਜਵੇਂ ਪੰਜੇ ਇੱਕ ਤੁਮ ਕਾਮੇ, 5 ਵਕਤ ਤੇਰੇ ਅਪਰਪਰਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਮੁਸਲਮਾਨ ਮੋਮ ਦਿਲ ਹੋਵੇ। ਬਾਣੀ ਵਿੱਚੋਂ ਸਾਰੀਆਂ ਪੰਗਤੀਆਂ ਵੀ ਜਿਹੜਾ ਸੱਚੀ ਹੀ ਨਮਾਜ਼ ਪੜ੍ਹ ਲੈਂਦਾ ਉਹ ਮੋਮ ਦਿਲ ਬਣ ਜਾਂਦਾ। ਜਿਵੇਂ ਮੋਮ ਪਿਘਲ ਜਾਂਦੀ ਆ ਸੇਕ ਲੱਗੇ ਤੋਂ, ਇਸ ਤਰ੍ਹਾਂ ਮੁਸਲਮਾਨ ਕਿਸੇ ਦਾ ਦੁੱਖ ਨਹੀਂ ਦੇਖ ਸਕਦਾ, ਪਿਘਲ ਜਾਂਦਾ ਹੈ ਸੇਕ ਲੱਗੇ ਤੋਂ। ਸੱਚੇ ਮੁਸਲਮਾਨ ਦੀ ਪਛਾਣ ਇਹ ਆ। ਜਿਵੇਂ ਮੱਖਣ ਪਿਘਲ ਜਾਂਦਾ ਹੈ ਸੇਕ ਲੱਗੇ ਤੋਂ, ਮੋਮ ਪਿਘਲ ਜਾਂਦੀ ਆ ਸੇਕ ਲੱਗੇ ਤੋਂ, ਇਵੇਂ ਉਹ ਸੰਤ ਮਹਾਂਪੁਰਖ ਪੱਕਾ ਨਮਾਜ਼ੀ, ਅਸਲ ਜਿਹੜਾ ਰੀਅਲ ਮੁਸਲਮਾਨ ਆ ਉਹ ਪਿਘਲ ਜੂਗਾ, ਕਿਸੇ ਦਾ ਦੁੱਖ ਨਹੀਂ ਦੇਖ ਸਕੂਗਾ, ਉਹਦੀ ਮਦਦ ਕਰੂਗਾ। ਇਹ ਪਛਾਣ ਆ ਮੁਸਲਮਾਨ ਦੀ, ਸੱਚੇ ਦੀ। ਸਿੱਖਾਂ ਲਈ ਨਮਾਜ਼ ਆ ਪਹਿਲਾਂ ਸੱਚ ਬੋਲਣੇ ਸਿੱਖ ਲਓ। ਪਹਿਲਾਂ ਸੱਚ, ਹਲਾਲ ਦੋਏ, ਹਲਾਲ ਹੁੰਦਾ ਹੱਕ ਸੱਚ ਦੀ ਕਮਾਈ ਕਰਨੀ। ਦੂਜੀ ਨਮਾਜ਼ ਇਹ ਪੜ੍ਹਨੀ ਆ। ਤੀਜੀ ਖੈਰ ਖੁਦਾ ਏ, ਤੀਜੀ ਸਾਰਿਆਂ ਦਾ ਭਲਾ ਮੰਗਣਾ, ਆਪ ਦਾ ਭਲਾ ਨਹੀਂ ਇਕੱਲਾ ਮੰਗਣਾ। ਨਾਨਕ ਨਾਮ ਜਿਹਨੂੰ ਆਪਾਂ ਪੜ੍ਹਦੇ ਤਾਂ ਹੈਗੇ ਆ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੀਜੀ ਨਮਾਜ਼ ਇਹ ਹੁੰਦੀ ਆ। ਚੌਥੀ ਨੀਅਤ ਰਾਸ ਮਨ, ਚੌਥੀ ਨਮਾਜ਼ ਆ ਸਿੱਖਾਂ ਵਾਸਤੇ ਵੀ ਪਹਿਲਾਂ ਆਪਦੀ ਨੀਅਤ ਨੂੰ ਸਾਫ਼ ਕਰਨਾ। ਕੁਝ ਬੰਦਿਆਂ ਦੇ ਘਰੇ ਸਭ ਕੁਝ ਹੁੰਦਾ ਪਰ ਉਹਨਾਂ ਦੀ ਨੀਅਤ ਨਹੀਂ ਸਾਫ਼ ਹੁੰਦੀ। ਇਹ ਤੁਸੀਂ ਦੇਖਿਆ ਹੋਣਾ, ਆਪਾਂ ਕਿੰਨੇ ਢਿੱਡ ਤਾਂ ਤੇਰਾ ਭਰ ਗਿਆ ਪਰ ਨੀਅਤ ਅਜੇ ਤੇਰੀ ਭਰੀ ਨਹੀਂ। ਨੀਅਤ ਭਰਨੀ ਬੜੀ ਔਖੀ ਆ। ਬੰਦੇ ਦਾ ਢਿੱਡ ਤਾਂ 5 ਰੋਟੀਆਂ ਖਾ ਲੂ, 6 ਰੋਟੀਆਂ ਖਾ ਲੂ, ਭਰ ਜੂਗਾ,
ਢਿੱਡ ਭਰਨ ਦੀ ਕੋਈ ਗੱਲ ਨਹੀਂ ਹੁੰਦੀ, ਏਡਾ ਮਸਲਾ ਨਹੀਂ। ਨੀਤ ਨਹੀਂ ਬੰਦੇ ਦੀ ਭਰਦੀ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਮਹਾਰਾਜ ਜੀ ਕਹਿ ਰਹੇ, ਗੁਰੂ ਨਾਨਕ ਸਾਹਿਬ ਜੀ, ਸਿੱਖਾ ਚੌਥੀ ਨੀਅਤ ਰਾਸ ਮਨ। ਪਹਿਲਾਂ ਉਹਦੀ ਨੀਤ ਸਾਫ਼ ਕਰ। ਨੀਤ ਸਾਫ਼ ਆ ਤੇ ਸਭ ਕੁਝ ਸਾਫ਼ ਹੋ ਜਾਏਗਾ। ਨੀਤ ਮੈਲੀ ਆ, ਫਿਰ ਇੰਨਾ ਕੁਝ ਹੋ ਕੇ ਵੀ ਕਹਿ ਦੇਗਾ ਜੀ ਮੇਰੇ ਕੋਲ ਕੁਝ ਵੀ ਨਹੀਂ ਹੈਗਾ। ਕਈ ਹੁੰਦਿਆਂ ਸੁਣਦਿਆਂ ਕਹਿ ਦਿੰਦੇ ਆ ਸਾਡੇ ਕੋਲ ਕੁਝ ਵੀ ਨਹੀਂ। ਕਈਆਂ ਕੋਲ ਕੁਝ ਵੀ ਨਹੀਂ ਹੁੰਦਾ, ਉਹ ਕਹਿ ਦਿੰਦੇ ਆ ਰੱਬ ਦਾ ਦਿੱਤਾ ਸਭ ਕੁਝ ਹੀ ਆ, ਸਭ ਕੁਝ ਹੀ ਆ। ਇੱਦਾਂ ਹੀ ਇੱਕ ਨੌਜਵਾਨ ਸੀਗਾ, ਆਪਦੀ ਜ਼ਿੰਦਗੀ ਤੋਂ ਬੜਾ ਪਰੇਸ਼ਾਨ, ਤੇ ਕਹਿੰਦਾ ਮੈਂ ਆਤਮ ਹੱਤਿਆ ਕਰਨੀ ਆ। ਕੁਦਰਤੀ ਕੋਈ ਫੱਕਰ ਬੰਦਾ ਮਿਲ ਗਿਆ, ਰੋ ਰਿਹਾ ਸੀ ਵੀ ਪ੍ਰਮਾਤਮਾ ਨੇ ਮੈਨੂੰ ਦਿੱਤਾ ਹੀ ਕੀ ਆ, ਕੁਝ ਨਹੀਂ ਦਿੱਤਾ। ਨੌਜਵਾਨ ਸੀਗਾ, ਥੋੜਾ ਆਲਸੀ ਸੀਗਾ, ਉਦਮੀ ਨਹੀਂ ਸੀਗਾ। ਤੇ ਫਿਰ ਉਹ ਕਹਿਣ ਲੱਗੇ ਵੀ ਰੋਣਾ ਕਿਉਂ ਆ? ਕਹਿੰਦੇ ਮੈਂ ਆਪਦੀ ਜ਼ਿੰਦਗੀ ਖਤਮ ਕਰਨੀ ਆ, ਮੈਂ ਆਪਦੇ ਆਪ ਨੂੰ ਮਾਰਨਾ, ਆਤਮ ਹੱਤਿਆ ਕਰਨੀ। ਆਤਮ ਹੱਤਿਆ ਜਿਹੜੀ ਆ, ਨਾ ਤਾਂ ਆਪਾਂ ਨੂੰ ਕਹਿ ਸਕਦੇ ਆ ਬਹਾਦਰੀ ਦਾ ਕੰਮ ਆ, ਕੋਈ ਇਹ ਬਹਾਦਰੀ ਦਾ ਕੰਮ ਤਾਂ ਹੈ ਨਹੀਂ, ਤੇ ਨਾ ਹੀ ਆਪਾਂ ਇਹਨੂੰ ਕਹਿ ਸਕਦੇ ਆ ਬੁੱਝਦਿਲੀ ਆ। ਇਹ ਏਡੀ ਵੱਡੀ ਜ਼ਿੰਦਗੀ ਨੂੰ ਖਤਮ ਕਰਨਾ ਹਰ ਬੰਦਾ ਵੀ ਨਹੀਂ ਕਰ ਸਕਦਾ, ਪਰ ਕੋਈ ਬਹਾਦਰੀ ਵਾਲਾ ਕੰਮ ਵੀ ਨਹੀਂ। ਇਹ ਚੀਜ਼ ਮਨ ਦੀ ਅਵਸਥਾ ਹੀ ਆ ਇਹ। ਉਹ ਕਹਿੰਦੇ ਵੀ ਤੈਨੂੰ ਹੋਇਆ ਕੀ ਆ? ਕਹਿੰਦੇ ਹੋਣਾ ਕੀ ਆ, ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ। ਉਹ ਕਹਿੰਦੇ ਹੈ ਨਹੀਂ, ਕੀ ਹੈ ਨਹੀਂ? ਕਹਿੰਦੇ ਪੈਸੇ ਹੈ ਨਹੀਂ, ਜ਼ਿੰਦਗੀ ਬਰਬਾਦ ਆ। ਉਹ ਕਹਿੰਦੇ ਪੈਸੇ ਹੈ ਨਹੀਂ, ਮੈਨੂੰ ਤਾਂ ਦੱਸ ਰਿਹਾ ਵੀ ਤੇਰੇ ਕੋਲ ਖਜ਼ਾਨਾ ਹੀ ਬਹੁਤ ਆ। ਕਹਿੰਦੇ ਕਿਹੜਾ ਖਜ਼ਾਨਾ? ਕਹਿੰਦੇ ਚੱਲ ਇੱਕ ਜਗ੍ਹਾ ਤੇ ਲੈ ਆਏ, ਤੇ ਕਹਿੰਦੇ ਲਿਆ, ਤੂੰ ਮੈਨੂੰ ਆਪਦੀ ਅੱਖ ਕੱਢ ਕੇ ਦੇ ਤੇ ਮੈਂ ਤੈਨੂੰ ਇਹਦੇ ਬਦਲੇ ਵਿੱਚ ਇੰਨੇ ਪੈਸੇ ਦਿੰਦਾ। ਦੂਜੀ ਅੱਖ ਦੇ ਇੰਨੇ ਪੈਸੇ ਦਿੰਦਾ, ਆਪਦਾ ਹੱਥ ਕੱਟ ਕੇ ਦੇ ਇੰਨੇ ਪੈਸੇ ਦਿੰਦਾ। ਫਿਰ ਘਬਰਾ ਗਿਆ, ਕਹਿਣ ਲੱਗਾ ਜੀ ਇਹ ਤਾਂ ਕੋਈ ਗੱਲ ਨਹੀਂ। ਉਹ ਕਹਿੰਦੇ ਇਹੀ ਗੱਲ ਆ ਫਿਰ। ਇਹ ਹਰ ਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਭਾਵ ਕੀ ਹੈ, ਤੇਰੇ ਕੋਲ ਸਭ ਕੁਝ ਹੀ ਆ, ਕੰਮ ਤੂੰ ਕਰਦਾ ਨਹੀਂ। ਕੰਮ ਕਰੇਗਾ, ਪੈਸੇ ਆਉਣਗੇ, ਪੈਸੇ ਆਉਣਗੇ, ਜ਼ਿੰਦਗੀ ਬਾਹਰੋਂ ਸਹੀ ਹੋ ਜੂਗੀ, ਅੰਦਰੋਂ ਨਾਮ ਜਪ ਕੇ ਸਹੀ ਹੋ ਜੂ। ਤਾਂ ਤੂੰ ਭਾਈ ਆਪਦੀ ਨੀਤ ਸਾਫ਼ ਕਰ, ਪਹਿਲਾਂ ਦੇਖ ਵੀ ਤੇਰੇ ਕੋਲ ਹੈ ਕੀ ਆ। ਤਾਂ ਚੌਥੀ ਨੀਅਤ ਰਾਸ ਮਨ। ਪੰਜਵੀਂ ਸਿਫਤ ਸੁਣਾਏ। ਪੰਜਵੀਂ ਨਮਾਜ਼ ਸਿੱਖ ਨੇ ਪੜ੍ਹਨੀ ਆ, ਉਸਤਤ ਕਰਨੀ ਆ ਰੱਬ ਦੀ। ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਇਹੋ ਜੀ ਨਮਾਜ਼ ਜੇ ਕੋਈ ਪੜ੍ਹੇਗਾ ਭਾਈ, ਉਹੀ ਮੁਸਲਮਾਨ ਹੋਵੇਗਾ। ਤਾਂ ਬਾਬਾ ਫਰੀਦ ਜੀ ਨੇ ਉੱਥੇ ਫਿਰ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ। ਜਿਹੜਾ ਸੀਸ, ਜਿਹੜਾ ਸਿਰ ਬੰਦਗੀ ਕਰਨ ਸਮੇਂ ਪਰਮਾਤਮਾ ਅੱਗੇ ਝੁਕਦਾ ਹੀ ਨਹੀਂ ਹੈਗਾ, ਜਿਹੜਾ ਮਾਲਕ ਅੱਗੇ ਝੁਕਦਾ ਹੀ ਨਹੀਂ, ਕੁੰਨੇ ਹੇਠ ਜਲਾਈਏ। ਕੁੰਨਿਆ ਕਹਿੰਦੇ ਹਾਂਡੀ ਨੂੰ, ਤੌੜੀ ਨੂੰ, ਮਿੱਟੀ ਦੀ ਤੌੜੀ ਜਿਹੜੀ ਆ, ਤੇ ਉਹ ਜਿਹੜੀ ਆ ਤੇ ਉਹਨੂੰ ਹਾਂਡੀ ਨੂੰ ਜਿਵੇਂ ਲੱਕੜ ਤੇ ਰੱਖ ਕੇ, ਤੇ ਉਦੋਂ ਫਿਰ ਪੁਰਾਣੇ ਜ਼ਮਾਨੇ ਦੇ ਵਿੱਚ ਗੁਰੂ ਪਿਆਰਿਓ ਸਾਰੀਆਂ ਚੀਜ਼ਾਂ ਜ਼ਿਆਦਾ ਚੁੱਲ੍ਹੇ ਤੇ ਇਹੀ ਵਰਤੀਆਂ ਜਾਂਦੀਆਂ ਸੀ। ਬਾਲਣ ਲਾ ਕੇ ਉੱਪਰ ਤੇ ਉਹ ਤੌੜੀ ਚਾੜ ਦੇਣੀ ਤੇ ਉਹਦੇ ਵਿੱਚ ਖਾਣਾ ਬਣਾਉਣਾ। ਤੇ ਇਵੇਂ ਬਾਬਾ ਫਰੀਦ ਜੀ ਕਹਿੰਦੇ ਆ ਭਾਈ, ਆਪਦੇ ਸਿਰ ਨੂੰ ਹਾਂਡੀ ਹੇਠ ਬਾਲਣ ਦੀ ਥਾਂ ਬਾਲ ਦੇਣਾ ਚਾਹੀਦਾ। ਜਿਹੜੀਆਂ ਲੱਕੜਾਂ ਹੁੰਦੀਆਂ ਜਿਵੇਂ ਉਹ ਪਾਈਆਂ ਜਾਂਦੀਆਂ ਅੱਗ ਵਿੱਚ, ਅੱਗ ਬਲੇ ਖਾਣਾ ਪੱਕੇ। ਤੇਰਾ ਸਿਰ ਕਿਸੇ ਕੰਮ ਦਾ ਤਾਂ ਹੈ ਨਹੀਂ, ਤੂੰ ਇਹਨੂੰ ਅੱਗ 'ਚ ਹੀ ਡਾਹ ਦੇ, ਕਿਸੇ ਦੀ 2 ਵਕਤ ਦੀ ਰੋਟੀ ਬਣਾ ਦੇਗਾ, ਇਹੀ ਬਿਹਤਰ ਹੋਵੇਗਾ। ਉਹ ਆਕੜੇ ਹੋਏ ਸਿਰ ਨੂੰ ਸੁੱਕੀ ਲੱਕੜ ਹੀ ਸਮਝੋ। ਇਹ ਬਾਬਾ ਫਰੀਦ ਜੀ ਦੇ ਵਚਨ ਹਨ ਵੀ ਉਹ ਕਿਸੇ ਕੰਮ ਤਾਂ ਆ ਨਹੀਂ ਰਿਹਾ, ਸਿਰ ਪਰਮਾਤਮਾ ਅੱਗੇ ਨਹੀਂ ਝੁਕ ਰਿਹਾ, ਨਮਾਜ਼ ਨਹੀਂ ਪੜ੍ਹ ਰਿਹਾ। ਬਾਬਾ ਫਰੀਦ ਜੀ ਕਹਿੰਦੇ ਸੁੱਕੀ ਲੱਕੜ ਦੇ ਵਰਗਾ ਹੀ ਆ, ਇਉਂ ਕਰ ਇਹਨੂੰ ਕੱਟ ਕੇ ਨਾ ਚੁੱਲ੍ਹੇ 'ਚ ਡਾਹ ਦੇ, ਕਿਸੇ ਦੀ ਇੱਕ ਸਮੇਂ ਦੀ ਰੋਟੀ ਤਾਂ ਬਣ ਜੂ, ਇੰਨਾ ਕੁ ਕੰਮ ਤਾਂ ਹੋ ਜੂਗਾ। ਤਾਂ ਇਸ ਤਰ੍ਹਾਂ ਲਾਹਨਤਾਂ ਜਿਹੜੇ ਨਮਾਜ਼ ਨਹੀਂ ਪੜ੍ਹਦੇ, ਉਹਨਾਂ ਨੂੰ ਬਾਬਾ ਫਰੀਦ ਜੀ ਨੇ ਉਹਨਾਂ ਦੀ ਜੀਵਨ ਨੂੰ ਲਾਹਨਤ ਭਰਿਆ ਹੀ ਮੰਨਿਆ ਹੈ। ਔਰ ਸਿੱਖ ਪਿਆਰਿਓ, ਤਾਂ ਪਹਿਲਾ ਸੱਚ ਬੋਲਣਾ ਪਹਿਲੀ ਨਮਾਜ਼ ਆ, ਹਲਾਲ ਦੋਏ, ਹੱਕ ਦੀ ਕਮਾਈ ਕਰਨੀ ਦੂਜੀ ਨਮਾਜ਼ ਆ, ਤੀਜਾ ਖੈਰ ਖੁਦਾਏ, ਸਰਬੱਤ ਦਾ ਭਲਾ ਮੰਗਣਾ ਤੀਜੀ ਨਮਾਜ਼ ਆ, ਚੌਥੀ ਨੀਅਤ ਰਾਸ ਮਨ, ਨੀਤ ਸਾਫ਼ ਰੱਖਣੀ ਚੌਥੀ ਨਮਾਜ਼ ਆ, ਪੰਜਵੀਂ ਸਿਫਤ ਸੁਣਾਏ, ਉਸਤਤ ਕਰਨੀ ਪੰਜਵੀਂ ਨਮਾਜ਼। ਮੁਸਲਮਾਨਾਂ ਵਿੱਚ 5 ਨਮਾਜ਼ਾਂ ਹੁੰਦੀਆਂ। ਉਹ ਤੁਹਾਨੂੰ ਵਾਰ-ਵਾਰ ਇਸ ਤਰ੍ਹਾਂ ਤਾਂ ਦੱਸ ਰਿਹਾ ਕਿ ਬਾਬਾ ਫਰੀਦ ਜੀ ਖੁਦ ਮੁਸਲਮਾਨ ਸੀਗੇ, ਸੂਫੀ ਫੱਕਰ ਬੰਦੇ, ਨਮਾਜ਼ ਨਹੀਂ ਸੀ ਖਿਜਾਉਂਦੇ ਹੁੰਦੇ,
ਅੱਜ ਜਿਹੜੀ ਨਿਊ ਜਨਰੇਸ਼ਨ ਆ ਰਹੀ ਆ, ਮੁਸਲਮਾਨਾਂ ਵਿੱਚ ਪਹਿਲਾਂ ਸਾਰੇ ਕਹਿੰਦੇ ਹੁੰਦੇ ਸੀ ਇਹ ਮੁਸਲਮਾਨ ਕਦੇ ਨਮਾਜ਼ ਨਹੀਂ ਖਜਾਉਂਦੇ, ਮੁਸਲਮਾਨ ਸਦਾ ਹੀ ਨਮਾਜ਼ ਪੜ੍ਹਦੇ ਆ। ਇੱਦਾਂ ਦੀ ਕੋਈ ਗੱਲ ਨਹੀਂ। ਮੁਸਲਮਾਨਾਂ ਦੇ ਜਿਹੜੇ ਬੱਚੇ ਹੁਣ ਨਵੇਂ ਆ ਨਾ, ਕੋਈ ਨਮਾਜ਼ ਨਹੀਂ ਪੜ੍ਹਦਾ ਉਹਨਾਂ 'ਚ। ਜਿਵੇਂ ਸਿੱਖਾਂ ਦੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ, ਅੰਮ੍ਰਿਤ ਵੇਲਾ ਨਹੀਂ ਸੀ ਖਜਾਉਂਦੇ, ਸ਼ਾਮ ਦਾ ਨਹੀਂ ਸੀ ਖਜਾਉਂਦੇ। ਜੇ ਸਵੇਰੇ ਨਾ ਆਇਆ ਜਾਣਾ, ਸ਼ਾਮੀ ਆ ਜਾਣਾ ਗੁਰਦੁਆਰੇ, ਸ਼ਾਮੀ ਨਾ ਹੋਣਾ, ਸਵੇਰੇ ਆ ਜਾਣਾ, ਇੱਦਾਂ ਖਜਾਉਂਦੇ ਨਹੀਂ ਹੁੰਦੇ ਸੀਗੇ। ਸਿੱਖਾਂ ਦੇ ਬੱਚੇ ਕਿੰਨੇ ਕੁ ਗੁਰਦੁਆਰੇ ਆਉਂਦੇ ਆ, ਕਿੰਨੇ ਕੁ ਜਾਣੇ, ਨਾਲੇ ਤੁਹਾਡੇ ਹੀ ਪੋਤੇ ਆ, ਬੱਚੇ ਆ, ਕਿੰਨੇ ਕੁ ਜਾਣੇ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਆ। ਇੱਦਾਂ ਨਹੀਂ ਹੁੰਦਾ। ਸਮੇਂ ਦੇ ਹਿਸਾਬ ਨਾਲ ਚੀਜ਼ਾਂ ਦੇ ਮੁੱਲ ਬਦਲ ਗਏ ਆ। ਲੋਕ ਜਿਹੜੇ ਮੁਸਲਮਾਨਾਂ ਵਿੱਚ ਬੱਚੇ ਆ ਨਮਾਜ਼ ਨਹੀਂ ਪੜ੍ਹਦੇ, ਉਹ ਵੀ ਇਹ ਕਹਿੰਦੇ ਵੀ ਸਾਡਾ ਵੀ ਇਹ ਮਸਲਾ। ਹਿੰਦੂ ਕਹਿੰਦੇ ਵੀ ਸਾਡੇ ਬੱਚੇ ਵੇਦ ਨਹੀਂ ਪੜ੍ਹਦੇ, ਗੀਤਾ ਦਾ ਪਾਠ ਨਹੀਂ ਕਰਦੇ, ਮੰਤਰ ਨਹੀਂ ਪੜ੍ਹਦੇ ਸਵੇਰੇ ਉੱਠ ਕੇ, ਉਹਨਾਂ 'ਚ ਵੀ ਇਹ ਪਰੇਸ਼ਾਨੀ ਆ। ਸਿੱਖਾਂ 'ਚ ਵੱਡਾ ਮਸਲਾ ਖੜਾ ਹੋ ਗਿਆ, ਬੱਚੇ ਨਿਤਨੇਮ ਨਹੀਂ ਕਰਦੇ, ਹੈ ਸਿੱਖਾਂ ਦੇ ਘਰੇ ਜਨਮੇ, ਪਾਠ ਨਹੀਂ ਪੜ੍ਹਦੇ, ਜਪਜੀ ਸਾਹਿਬ ਦਾ ਵੀ ਕਰ ਹੀ ਲੈਣ ਕਮ ਸੇ ਕਮ, ਉਹ ਵੀ ਨਹੀਂ ਇਹਨਾਂ ਤੋਂ ਹੁੰਦਾ, ਹਲੂਣਾ ਦੇ ਕੇ ਠਾਉਣੇ ਪੈਂਦੇ ਆ। ਤਾਂ ਇਹ ਚੀਜ਼ਾਂ ਨੂੰ ਫਿਰ ਬਾਬਾ ਫਰੀਦ ਜੀ ਨੇ ਭਾਵ ਕਿ ਸੱਚੀ ਕਹਿ ਦਿੱਤਾ, ਬੇਨਵਾਜਾ ਕੁੱਤਿਆ, ਵੀ ਇਹ ਕੁੱਤਿਆਂ ਵਾਲੀ ਜ਼ਿੰਦਗੀ ਹੁੰਦੀ ਆ। ਵੀ ਜਿਵੇਂ ਕੁੱਤਾ ਦਰ ਦਰ ਤੇ ਆਪਾਂ ਉਹਨੂੰ ਸੋਟੀ ਮਾਰਦੇ ਆ, ਰੋੜਾ ਮਾਰਦੇ, ਭਜਾ ਦਿੰਦੇ ਆ, ਤੇ ਉਵੇਂ ਬੰਦੇ ਦੀ ਜ਼ਿੰਦਗੀ ਬਣ ਜਾਂਦੀ ਆ। ਨਮਾਜ਼ ਪੜ੍ਹਨੀ ਬੜੀ ਜ਼ਰੂਰੀ ਆ। ਪਹਿਲੀ ਆ ਫਜਰ ਦੀ ਨਮਾਜ਼, ਦੂਜੀ ਜੌਹਰ ਦੀ, ਤੀਜੀ ਮਗਰਬ ਦੀ, ਚੌਥੀ ਅਸਰ ਦੀ, ਪੰਜਵੀਂ ਇਸਾ ਦੀ। ਜਿਹੜਾ ਕੀਰਤਨ ਸੋਹਿਲੇ ਦਾ ਟਾਈਮ ਆ ਉਹੀ ਇਸਾ ਦੀ ਨਮਾਜ਼ ਦਾ ਟਾਈਮ ਆ। ਜਿਹੜੀ ਫਜਰ ਦੀ ਨਮਾਜ਼ ਆ, ਜਿਹੜਾ ਆਪਣਾ ਨਿਤਨੇਮ ਦਾ ਟਾਈਮ ਆ, ਉਹੀ ਉਹਨਾਂ ਦਾ ਟਾਈਮ। ਜੌਹਰ ਦੀ ਦੁਪਹਿਰੇ ਪੜ੍ਹੀ ਜਾਂਦੀ ਆ। ਤਾਂ ਇਹ ਨਮਾਜ਼ਾਂ ਦਾ ਟਾਈਮ ਥੋੜ੍ਹਾ ਥੋੜ੍ਹਾ ਸਰਦੀਆਂ ਗਰਮੀਆਂ 'ਚ ਬਦਲਦਾ ਰਹਿੰਦਾ ਵਾ, ਫਰਕ ਪੈਂਦਾ ਰਹਿੰਦਾ ਇਹਨਾਂ ਵਿੱਚ ਵੀ। ਤਾਂ ਗੁਰੂ ਪਿਆਰੀ ਸੰਗਤ ਜੀ, ਮੈਂ ਆਪ ਜੀ ਅੱਗੇ ਇਹੀ ਬੇਨਤੀਆਂ ਕਰਾਂਗਾ ਵੀ ਬਾਬਾ ਫਰੀਦ ਜੀ ਕੇਵਲ ਮੁਸਲਮਾਨਾਂ ਨੂੰ ਨਹੀਂ ਕਹਿ ਰਹੇ, ਸਾਰੇ ਵਰਗਾਂ ਨੂੰ ਹੀ ਕਹਿ ਰਹੇ ਆ। ਜਿਹੜੇ ਆਪਦੇ ਮਾਲਕ ਅੱਗੇ ਉੱਠ ਕੇ ਝੁਕ ਹੀ ਨਹੀਂ ਸਕਦੇ ਸਵੇਰ ਵੇਲੇ, ਅੰਮ੍ਰਿਤ ਵੇਲੇ, ਉਹਨਾਂ ਨੂੰ ਆਪਦਾ ਸਿਰ ਕੱਟ ਕੇ ਕਿਸੇ ਨੂੰ ਬਾਲਣ ਦੇ ਤੌਰ ਤੇ ਦੇ ਦੇਣਾ ਚਾਹੀਦਾ। ਵੀ ਲੈ ਭਾਈ ਰੋਟੀ ਬਣਾ ਲਾ ਇੱਕ ਡੰਗ ਦੀ, ਵੀ ਇਹ ਮੇਰੇ ਕਿਸੇ ਕੰਮ ਦਾ ਤਾਂ ਆਉਣਾ ਨਹੀਂ ਹੈਗਾ। ਵੀ ਮਾਲਕ ਅੱਗੇ ਨਹੀਂ ਝੁਕਦਾ, ਕਿਸੇ ਦਾ ਡੰਗ ਤਾਂ ਟਪਾਊਗਾ, ਰੋਟੀ ਤਾਂ ਬਣਾਊ। ਥੋੜ੍ਹਾ ਜਿਹਾ ਪ੍ਰਤੀਕ ਅਲੰਕਾਰ ਉਹਨਾਂ ਨੇ ਵਰਤਿਆ, ਥੋੜ੍ਹਾ ਜਿਹਾ ਬਾਬਾ ਫਰੀਦ ਜੀ ਤੇ ਸਖਤ ਹੋਏ ਆ। ਇਹਨਾਂ ਦੋ ਕੁ ਸਲੋਕਾਂ 'ਚ ਹੈ ਨਿਮਰਤਾ ਵਾਲੀ ਆ, ਪਰ ਜਦੋਂ ਕੋਈ ਮਰਿਆਦਾ ਤੋੜੂਗਾ, ਮਰਿਆਦਾ ਭੰਗ ਕਰੂਗਾ, ਥੋੜ੍ਹਾ ਤਾਂ ਗੁੱਸਾ ਆਉਂਦਾ ਹੀ ਆ ਬੰਦੇ ਨੂੰ। ਇਹਨੂੰ ਇਵੇਂ ਲੈਣਾ। ਬਾਣੀ ਇਹਨਾਂ ਦੀ ਬੜੀ ਮਿੱਠੀ ਆ। ਵੀ ਬਾਬਾ ਫਰੀਦ ਜੀ ਨੇ ਕਹਿਤਾ ਵੀ ਉਹ ਬੰਦੇ ਕੁੱਤੇ ਆ ਜਿਹੜੇ ਨਮਾਜ਼ ਨਹੀਂ ਪੜ੍ਹਦੇ ਮੁਸਲਮਾਨਾਂ 'ਚ ਜਨਮ ਲੈ ਕੇ। ਵੀ ਬਾਬਾ ਫਰੀਦ ਜੀ ਨੇ ਤਾਂ ਗਾਲ ਦੇ ਦਿੱਤੀ, ਗਾਲ ਨਹੀਂ ਦਿੱਤੀ ਹੈਗੀ, ਮਰਿਆਦਾ ਜਿਹੜੇ ਤੋੜਦੇ ਆ ਉਹਨਾਂ ਨੂੰ ਸਮਝਾਇਆ ਹੈ। ਬਾਬਾ ਫਰੀਦ ਜੀ ਕੋਈ ਗਾਲਾਂ ਨਹੀਂ ਦੇ ਰਹੇ। ਵੀ ਉਹ ਇਸ ਤਰ੍ਹਾਂ ਕਿਵੇਂ ਕਹਿ ਦੇਣਗੇ ਵੀ ਓਏ ਕੁੱਤਿਆਂ ਤੂੰ ਵੀ ਜੇ ਤੂੰ ਨਮਾਜ਼ ਨਹੀਂ ਪੜ੍ਹਦਾ। ਇਹ ਸਿਰਫ ਇੱਕ ਇਸ ਤਰ੍ਹਾਂ ਹੈ ਵੀ ਉਹ ਬੰਦੇ ਦੀ ਜ਼ਿੰਦਗੀ ਕੁੱਤਿਆਂ ਸਮਾਨ ਆ ਜਿਹੜੇ ਨਮਾਜ਼ੀ ਨਹੀਂ ਬਣ ਪਾਉਂਦੇ। ਗੁਰੂ ਪਿਆਰਿਓ, ਇਸ ਤਰ੍ਹਾਂ ਸਿੱਖਾਂ ਦੇ ਘਰੇ ਜਨਮ ਲੈ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਤਾਂ ਬੜਾ ਜ਼ਰੂਰੀ ਆ ਭਾਈ। ਜਿਹੜੇ ਅਨਪੜ੍ਹ ਹਨ, ਪੜ੍ਹੇ ਲਿਖੇ ਨਹੀਂ, ਉਹ ਵਾਹਿਗੁਰੂ ਦਾ ਪਾਠ ਕਰ ਸਕਦੇ ਆ। ਸਿੱਖ ਜਗਤ ਦੀ ਜਿਹੜੀ ਕਮੀ ਇੱਥੇ ਇਹ ਆ ਸਭ ਤੋਂ ਵੱਡੀ, 99% ਲੋਕ ਅੰਮ੍ਰਿਤ ਛਕ ਕੇ ਬੰਦਗੀ ਨਹੀਂ ਕਰ ਰਹੇ। ਗੁਰੂ ਪਿਆਰਿਓ, ਅੰਮ੍ਰਿਤ ਆਪਾਂ ਛਕ ਲਿਆ, ਦਾਖਲਾ ਆਪਾਂ ਲੈ ਲਿਆ, ਨਾਮ ਦੀ ਕਮਾਈ ਆਪਾਂ ਕਰਦੇ ਨਹੀਂ ਹੈਗੇ। ਸਿੱਖ ਕੌਮ ਦੀ ਤਰਾਸ ਦੀ ਸਭ ਤੋਂ ਵੱਡਾ ਦੁੱਖ ਇੱਥੇ ਦੇਖਣ ਨੂੰ ਮਿਲ ਰਿਹਾ। ਮੁਸਲਮਾਨਾਂ ਵਿੱਚ ਵੀ ਇਹ ਚੀਜ਼ ਆ ਰਹੀ ਆ, ਬੱਚੇ ਨਮਾਜ਼ ਨਹੀਂ ਪੜ੍ਹ ਰਹੇ। ਹਿੰਦੂਆਂ ਵਿੱਚ ਉਹ ਵੇਦ ਨਹੀਂ ਪੜ੍ਹ ਰਹੇ, ਗੀਤਾ ਦਾ ਪਾਠ ਨਹੀਂ ਪੜ੍ਹਦੇ, ਮੰਤਰ ਨਹੀਂ ਪੜ੍ਹਦੇ ਆਪਦੇ। ਬਹੁਤ ਤਰਾਸ ਦੀ ਆ ਰਹੀ। ਜਿਹੜੀ ਨਵੀਆਂ ਪੀੜ੍ਹੀਆਂ ਵਿੱਚ ਹਲੂਣਾ ਦੇ ਦੇ ਕੇ ਠਾਉਣੇ ਪੈ ਰਹੇ ਆ। ਆਲਸ ਜਿਹੜੀ ਆ ਬੰਦੇ ਨੂੰ ਫਿਰ ਉਹ ਨਿਕੰਮਾ ਬਣਾ ਦਿੰਦੀ ਆ। ਗੁਰੂ ਮਹਾਰਾਜ ਰਹਿਮਤ ਕਰਨ। ਆਓ ਜੀ।